ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਨਾਫਕ ਦੇਸ਼ ਵਿੱਚ ਜਿੱਥੇ ਇੱਕ ਵੀ ਪ੍ਰਾਣੀ ਐਸਾ ਨਹੀਂ ਜਿਹੜਾ ਪਰਮੇਸ਼ਵਰ ਨੂੰ ਜੋ ਕਾਦਰ ਕਰਤੇ ਨੂੰ ਜਾਣਦਾ ਹੋਵੇ। ਹਰ ਕੋਈ ਇਸ ਦੇਸ਼ ਦੇ ਰਾਜੇ ਤੋਂ ਸਿਵਾ ਕਿਸੇ ਹੋਰ ਨੂੰ ਨਹੀਂ ਮੰਨਦੇ, ਨਾ ਕਿਸੇ ਹੋਰ ਦੇ ਨਾਮ ਦਾ ਜਾਪ ਕਰਦੇ ਆ। ਸਤਿਗੁਰੂ ਮਹਾਰਾਜ ਜੀ ਆਏ ਨੇ ਅਤੇ ਜਿੱਥੇ ਸਤਿਗੁਰੂ ਮਹਾਰਾਜ ਜੀ ਆਉਂਦੇ ਨੇ ਉੱਥੇ ਆਪਣੇ ਆਪ ਹੀ ਬਖਸ਼ਿਸ਼ਾਂ ਵਰਤਦੀਆਂ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਕੁਦਰਤ ਦੇ ਵਿੱਚ ਵਸਦੇ ਹੋਏ ਕਾਦਰ ਦੇ ਨਾਲ ਜੋੜਿਆ, ਸੰਸਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੇ ਨਾਲ ਜੋੜਨ ਦਾ ਯਤਨ ਕੀਤਾ। ਜੋ ਇਹਨਾਂ ਉੱਤੇ ਸੰਸਾਰਕ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਸੀ, ਸਤਿਗੁਰੂ ਮਹਾਰਾਜ ਜੀ ਨੇ ਨਿਰੰਕਾਰ ਨਾਲ ਜੋੜਦਿਆਂ ਇਹਨਾਂ ਦੀ ਭੈੜੀ ਮੱਤ ਨੂੰ ਖਤਮ ਕਰਦਿਆਂ ਹੋਇਆਂ ਚੰਗੀ ਮੱਤ ਦੇ ਧਾਰਨੀ ਬਣਾਇਆ। ਜਦੋਂ ਇਹਨਾਂ ਨੂੰ ਕਰਤਾਰ ਦੀ ਸਮਝ ਆਈ ਤਾਂ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਵੀ ਸਤ ਸੰਗਤ ਕਰੋ, ਪਰਮੇਸ਼ਵਰ ਦਾ ਨਾਮ ਦਿਨ ਰਾਤ ਜਪੋ, ਨਾਮਦਾਨ ਇਸ਼ਨਾਨ ਦੇ ਨਾਲ ਜੁੜੋ। ਇਸ ਤਰ੍ਹਾਂ ਮਹਾਰਾਜ ਜੀ ਇਹਨਾਂ ਨੂੰ ਉਪਦੇਸ਼ ਦੇ ਰਹੇ ਨੇ। ਇਸ ਇਲਾਕੇ ਵਿੱਚ ਬਿਰਾਜਮਾਨ ਹੋ ਕੇ ਹੋਰ ਕਿਹੜੀ ਕਿਰਪਾ ਸਤਿਗੁਰੂ ਵਰਤਾ ਰਹੇ ਨੇ। ਅਗਲੇਰੇ ਪ੍ਰਸੰਗ ਦਾ ਜ਼ਿਕਰ ਕਵੀ ਜੀ ਕਰਦੇ ਹਨ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਚੱਜ ਖੇਰ ਸੁਦਾ ਤੁਰਦੇ ਹਸਨਾ। ਸਾਹਿਬ ਜੀ ਪਹਿਲਾਂ ਇਹਨਾਂ ਦੇ ਅੰਦਰ ਦੇ ਭਰਮ ਗੜ ਨੂੰ ਤੋੜਿਆ। ਸਤਿਗੁਰੂ ਮਹਾਰਾਜ ਜੀ ਨੇ ਕਰਤਾਰ ਨਿਰੰਕਾਰ ਬਾਰੇ ਚਾਨਣਾ ਪਾਇਆ, ਉਹਦੇ ਹੁਕਮ ਦੇ ਵਿੱਚ ਚੱਲਣ ਦਾ ਉਪਦੇਸ਼ ਦਿੰਦਿਆਂ ਸਾਹਿਬ ਜੀ ਨੇ ਆਖਿਆ ਸੀ ਆਪਣਾ ਸੁਭਾਅ ਤੁਸੀਂ ਸ਼ੀਲ, ਸੰਤੋਖ, ਛਿਮਾ ਇਹ ਜਿਹੜੇ ਗੁਣ ਨੇ ਆਪਣੇ ਅੰਦਰ ਲੈ ਕੇ ਆਓ। ਇਸ ਤੋਂ ਇਲਾਵਾ ਜੇ ਕੋਈ ਕਿਸੇ ਨੂੰ ਛੁਦਾ ਤੁਰ, ਕਿਸੇ ਨੂੰ ਕੋਈ ਭੁੱਖਣ ਭਾਣਾ ਤੁਸੀਂ ਵੇਖੋ ਤਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ, ਭੋਜਨ ਤਿਆਰ ਕਰਨਾ ਹੈ। ਜੇ ਕੋਈ ਵੀ ਤੁਹਾਨੂੰ ਭੁੱਖਣ ਭਾਣਾ ਮਿਲ ਜਾਏ ਕਿ ਉਹ ਭੁੱਖਾ ਹੈ, ਕਈ ਦਿਨਾਂ ਤੋਂ ਉਹਨੂੰ ਅੰਨ ਖਾਣ ਵਾਸਤੇ ਨਹੀਂ ਮਿਲਿਆ, ਅਤੇ ਜੇ ਉਹ ਤੁਹਾਡੇ ਸਨਮੁਖ ਆ ਜਾਏ ਤਾਂ ਤੁਸੀਂ ਉਹਨੂੰ ਭੋਜਨ ਜਿਹੜਾ ਬਣਾ ਕੇ ਛਕਾਉਣਾ। ਇਹ ਗੁਣ ਵੀ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ। ਨਗਨ ਨਰਕੋ ਦੀ ਜੈ ਬਸਨਾ। ਤੇ ਜੇ ਕੋਈ ਨਗਨ ਹੋਵੇ, ਭਾਵ ਉਹਦੀ ਹਾਲਤ ਇੰਨੀ ਨਾਜ਼ੁਕ ਹੋਵੇ ਕਿ ਉਹਦੇ ਕੋਲ ਤਨ 'ਤੇ ਪਾਉਣ ਵਾਸਤੇ ਬਸਤਰ ਵੀ ਨਾ ਹੋਵੇ, ਜੇ ਕੋਈ ਐਸਾ ਮਿਲ ਜਾਏ ਤਾਂ ਉਹਨੂੰ ਬਸਤਰ ਲੈ ਕੇ ਉਹਦੇ ਤਨ ਨੂੰ ਢੱਕ ਦੇਣਾ, ਭਾਵ ਕਿਸੇ ਗਰੀਬ ਦਾ ਮਜ਼ਾਕ ਨਹੀਂ ਬਣਾਉਣਾ। ਪਿਛਲੇਰੇ ਸਮੇਂ ਦੇ ਵਿੱਚ ਇੱਕ ਸਾਂਝ ਪਾਈ ਸੀ ਕਿ ਅੱਜ ਜਦੋਂ ਕੋਈ ਧਨਾੜ ਫੈਸ਼ਨ ਦੀ ਦੁਨੀਆ ਦੇ ਵਿੱਚ ਰੰਗਿਆ ਹੋਇਆ ਪਾਟੇ ਕੱਪੜੇ ਕਈ ਥਾਵਾਂ ਤੋਂ ਟਾਕੀਆਂ ਲੱਗੀਆਂ ਹੁੰਦੀਆਂ ਨੇ, ਜੇ ਉਹ ਕਿਤੇ ਪਾ ਕੇ ਬਾਜ਼ਾਰ ਵਿੱਚ ਆਵੇ ਤੇ ਅਸੀਂ ਕਹਿੰਦੇ ਹਾਂ ਵੇਖੋ ਫੈਸ਼ਨ ਅੱਜ ਦੇਖੋ ਇਹ ਡਿਜ਼ਾਈਨ ਕਿੰਨਾ ਸੋਹਣਾ ਆ ਗਿਆ। ਪਰ ਉਹੀ ਕਿਸੇ ਗਰੀਬ ਨੇ ਪਾਇਆ ਹੋਵੇ ਤੇ ਅਸੀਂ ਕਹਿੰਦੇ ਹਾਂ ਵੀ ਦੇਖੋ ਇਹਦੇ ਵਿਚਾਰੇ ਕੋਲ ਪਾਉਣ ਵਾਸਤੇ ਚੱਜ ਦੇ ਕੱਪੜੇ ਹੀ ਨਹੀਂ। ਟਾਕੀਆਂ ਉਹਦੇ ਵੀ ਲੱਗੀਆਂ ਨੇ, ਟਾਕੀਆਂ ਉਹਦੇ ਵੀ ਲੱਗੀਆਂ ਨੇ, ਥਾਂ ਥਾਂ 'ਤੇ ਇੱਕ ਗਰੀਬ ਦੇ ਤਨ 'ਤੇ ਪਾਇਆ ਹੋਇਆ ਕੱਪੜਾ ਥਾਂ ਥਾਂ ਤੋਂ ਪਾਟਿਆ ਹੋਇਆ ਹੈ, ਲੀਰੋ ਲੀਰ ਹੋਇਆ ਪਿਆ ਹੈ। ਪਰ ਜਦੋਂ ਅਸੀਂ ਉਸ ਨੂੰ ਵੇਖਦੇ ਹਾਂ ਸਾਨੂੰ ਤਰਸ ਆਉਂਦਾ ਹੈ। ਅਸੀਂ ਕਹਿੰਦੇ ਹਾਂ ਵੀ ਦੇਖੋ ਗਰੀਬ ਇਹਦੇ ਕੋਲ ਤਨ 'ਤੇ ਪਾਉਣ ਵਾਸਤੇ ਕੱਪੜਾ ਨਹੀਂ, ਪਰ ਉਨੀਆਂ ਹੀ ਟਾਕੀਆਂ ਉਨਾ ਹੀ ਲੀਰੋ ਲੀਰ ਕੱਪੜਾ ਕਿਸੇ ਧਨਾੜ ਨੇ ਪਾਇਆ ਹੋਵੇ, 4 ਪੈਸੇ ਵਾਲੇ ਨੇ ਪਾਇਆ ਹੋਵੇ ਤੇ ਉਹਦੇ ਵਾਸਤੇ ਉਹ ਫੈਸ਼ਨ ਬਣ ਜਾਂਦਾ ਹੈ। ਸਾਡੀ ਨਜ਼ਰ ਦੇ ਵਿੱਚ ਫਰਕ ਹੈ। ਸਭ ਕਹਿੰਦੇ ਕੋਈ ਗਰੀਬ ਦਿਸੇ ਤੇ ਉਹਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਕੋਈ ਲੋੜਵੰਦ ਦਿਸੇ, ਕੋਈ ਮਜਬੂਰ ਹੈ, ਕਿਸੇ ਦੀ ਮਜਬੂਰੀ ਹੈ, ਕੋਈ ਦੁੱਖ ਦੇ ਵਿੱਚ ਹੈ, ਕੋਈ ਲੋੜਵੰਦ ਹੈ, ਕੋਈ ਜ਼ਰੂਰਤਮੰਦ ਹੈ, ਕਦੇ ਕਿਸੇ ਦਾ ਮਜ਼ਾਕ ਨਾ ਬਣਾਓ, ਕਿਉਂਕਿ ਅਗਲੇ ਪਲ ਉਸ ਮਾਲਕ ਨੇ ਖੇਡ ਪਤਾ ਨਹੀਂ ਕਿਹੜੀ ਕਿਸ ਰੂਪ ਵਿੱਚ ਵਰਤਾ ਦੇਣੀ ਹੈ। ਇੱਥੇ ਤੇ ਪਲ ਲੱਗਦਾ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਜਿਹੜਾ ਰਾਜਾ ਸੀ ਪਲ ਵਿੱਚ ਹੀ ਭਿਖਾਰੀ ਹੋ ਜਾਂਦਾ ਹੈ, ਤੇ ਜਿਹੜਾ ਭਿਖਾਰੀ ਸੀ ਉਹ ਪਲ ਵਿੱਚ ਹੀ ਰਾਜਾ ਬਣ ਜਾਂਦਾ ਹੈ। ਇਸ ਲਈ ਕਦੇ ਵੀ ਅਸੀਂ ਕਿਸੇ ਦਾ ਮਜ਼ਾਕ ਨਾ ਬਣਾਈਏ, ਖਾਸ ਤੌਰ ਤੇ ਜਿਹੜਾ ਗਰੀਬੀ ਦੀ ਅਵਸਥਾ ਵਿੱਚ ਹੋਵੇ। ਸਾਹਿਬ ਨੇ ਆਖਿਆ ਜੇ ਕੋਈ ਭੁੱਖਣ ਭਾਣਾ ਮਿਲੇ ਤੇ ਭੋਜਨ ਛਕਾਓ, ਜੇ ਕੋਈ ਨਗਨ ਨਰਕੋ ਦੀਜੇ ਹੈ ਬਸਨਾ। ਜੇ ਕੋਈ ਨਗਨ ਦਿਸੇ, ਭਾਵ ਕਿ ਉਹਦੇ ਤਨ 'ਤੇ ਪਾਉਣ ਵਾਸਤੇ ਕੋਈ ਉਹਦੇ ਕੋਲ ਬਸਤਰ ਨਾ ਹੋਵੇ, ਤਾਂ ਉਸ ਵੇਲੇ ਤੁਸੀਂ ਸੇਵਾ ਰੂਪ ਵਿੱਚ ਉਹਨੂੰ ਬਸਤਰ ਲੈ ਕੇ ਦੇ ਦੇਣਾ। ਮਿਲ ਸੰਤਨ ਕਾਲ ਬਤੀਤ ਕਰੋ। ਜਿੱਥੇ ਤੁਸੀਂ ਇਹ ਸਮਾਜਿਕ ਤਲ ਉੱਤੇ ਸੇਵਾਵਾਂ ਨਿਭਾਉਣੀਆਂ ਨੇ ਉੱਥੇ ਸਤ ਸੰਗਤ ਵਿੱਚ ਬੈਠ ਕੇ ਜਿੰਨਾ ਸਮਾਂ ਬਤੀਤ ਕਰ ਸਕਦੇ ਹੋ, ਇਹ ਸਾਡੇ ਭਲੇ ਵਾਸਤੇ ਹੈ। ਤੇ ਸੰਗਤ ਵਿੱਚ ਬੈਠ ਕੇ ਆਪਣਾ ਸਮਾਂ ਬਿਤਾਉਣਾ। ਭਵ ਸਾਗਰ ਕੋ ਨਿਰਸੰਸ ਤਰੋ। ਜੇ ਤਾਂ ਇਸ ਮਾਰਗ ਤੇ ਤੁਰਦੇ ਹੋ ਫਿਰ ਤੇ ਮਹਾਰਾਜ ਜੀ ਕਹਿੰਦੇ ਬਿਨਾਂ ਸ਼ੰਕਿਆਂ ਇਸ ਭਵਜਲ ਤੋਂ ਤੁਸੀਂ ਪਾਰ ਲੰਘ ਜਾਓਗੇ। ਸਾਨੂੰ ਆਪਣਾ ਜੀਵਨ ਉਸ ਤਰ੍ਹਾਂ ਦਾ ਬਣਾਉਣਾ ਪੈਣਾ ਹੈ। ਅਸੀਂ ਭਲੇ ਦੇ ਕਾਰਜ ਵੀ ਕਰਨੇ ਆ, ਆਪਣਾ ਭਲਾ ਵੀ ਅਸੀਂ ਕਰਨਾ, ਸੇਵਾ ਸਿਮਰਨ ਵਿੱਚ ਜੁੜਨਾ ਹੈ। ਇਸ ਲਈ ਮਹਾਰਾਜ ਨੇ ਕਿਹਾ ਸੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੁਸੀਂ ਕਿਰਤ ਨੂੰ ਵੀ ਵੰਡ ਕੇ ਛਕਣਾ ਤੇ ਨਾਮ ਜਿਹੜਾ ਜਪਦੇ ਹੋ ਉਹਨੂੰ ਵੀ ਵੰਡ ਕੇ ਛਕਣਾ। ਸਭ ਕਹਿੰਦੇ ਬਿਨਾਂ ਸ਼ੰਕਾ ਇਸ ਭਵਜਲ ਤੋਂ ਪਾਰ ਹੋ ਜਾਵੋਗੇ। ਸੁਣ ਕੇ ਉਪਦੇਸ਼ ਸੋ ਨਾਮ ਸਭੈ। ਕਹਿੰਦੇ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਤੋਂ ਉਪਦੇਸ਼ ਬੜੇ ਪਿਆਰ ਦੇ ਨਾਲ ਭਿੱਜ ਕੇ ਸੁਣਿਆ, ਕਿਉਂਕਿ ਹੁਣ ਕਰਤੇ ਦੀ ਸਮਝ ਆ ਗਈ ਨਾ, ਕਾਦਰ ਦੀ ਸਮਝ ਆ ਗਈ। ਹੁਣ ਸੰਸਾਰ ਵਿੱਚ ਨਿਰੰਕਾਰ ਦੀ ਸਮਝ। ਪਹਿਲੀ ਵਾਰ ਕਰਤਾਰ ਸ਼ਬਦ ਸੁਣਿਆ ਸੀ ਗੁਰੂ ਨਾਨਕ ਸਾਹਿਬ ਕੋਲੋਂ ਤੇ ਉਸ ਕਰਤਾਰ ਦੀ ਸੋਝੀ ਆ ਗਈ। ਕਹਿੰਦੇ ਨੇ ਸਾਰਿਆਂ ਨੇ ਜਦੋਂ ਗੁਰੂ ਸਾਹਿਬ ਜੀ ਕੋਲੋਂ ਇਹ ਉਪਦੇਸ਼ ਸੁਣਿਆ ਹੈ, ਕਰ ਬੰਦੇ ਬੰਧਨ ਕੀ ਨਤ ਬੈ। ਸਾਰਿਆਂ ਨੇ ਹੱਥ ਜੋੜ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨਮਸਕਾਰ ਕੀਤੀ ਔਰ ਇੱਕੋ ਗੱਲ ਆਖੀ ਹੈ, ਐਸੇ ਗੁਰੂ ਕੋ ਬਲ ਬਲ ਜਾਈਏ। ਕਿਉਂਕਿ ਜਿਹਨੇ ਉਪਦੇਸ਼ ਦਿੱਤਾ ਹੈ ਉਹ ਗੁਰੂ ਹੈ। ਐਸੇ ਗੁਰੂ ਤੋਂ ਅਸੀਂ ਸਦਕੇ ਜਾਈਏ ਜੋ ਆਪ ਵੀ ਮੁਕਤ ਹੈ ਤੇ ਸਾਨੂੰ ਵੀ ਮੁਕਤ ਕਰਵਾ ਰਿਹਾ ਹੈ, ਇਸ ਸੰਸਾਰ ਦੇ ਆਲ ਜੰਜਾਲ ਤੋਂ ਮੁਕਤ ਕਰ ਰਿਹਾ। ਸਭਨਾਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਧਰਮਸਾਲ ਰਚੀ ਤਤਕਾਲ ਤਹਾਂ। ਹੁਣ ਜਿਸ ਦੇਸ਼ ਵਿੱਚ ਕੋਈ ਰੱਬ ਦਾ ਨਾਮ ਨਹੀਂ ਸੀ ਲੈਂਦਾ, ਰੱਬ ਨੂੰ ਨਹੀਂ ਸੀ ਜਾਣਦਾ, ਅੱਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ, ਇਸ ਇਲਾਕੇ ਵਿੱਚ ਧਰਮਸਾਲ ਬਣ ਗਈ, ਜਿੱਥੇ ਬੈਠ ਕੇ ਪਰਮੇਸ਼ਵਰ ਦੇ ਨਾਮ ਨੂੰ ਸਿਮਰਿਆ ਜਾਣਾ ਹੈ। ਅਰਬਿੰਦ ਬਿਲੋਚਨ ਬੈਸ ਜਹਾਂ। ਜਿੱਥੇ ਬੈਠ ਕੇ ਕਹਿੰਦੇ ਪਰਮੇਸ਼ਵਰ ਦੇ ਗੁਣ ਗਾਏ ਜਾਣੇ ਆ, ਜਿੱਥੇ ਬੈਠ ਕੇ ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜਿੱਥੇ ਕਰੋੜਾਂ ਜਨਮਾਂ ਦੇ ਦੁੱਖ ਕੱਟੇ ਜਾਣੇ ਆ। ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਗੁਣ ਖਾਨ ਇਸੋ ਉਪਕਾਰ ਕਰਿਓ। ਐਸਾ ਉਪਕਾਰ ਮਹਾਰਾਜ ਨੇ ਇਹਨਾਂ ਉੱਤੇ ਕੀਤਾ ਕਿ ਅਵਗੁਣਾਂ ਨੂੰ ਖਤਮ ਕਰਕੇ ਸ਼ੁਭ ਗੁਣ ਇਹਨਾਂ ਨੂੰ ਦੇ ਦਿੱਤੇ ਆ। ਕਿਉਂ? ਗੁਣ ਖਾਨ ਗੁਰੂ ਨਾਨਕ ਸਾਹਿਬ ਕੀ ਨੇ ਗੁਣਾਂ ਦਾ ਖਜ਼ਾਨਾ, ਤੇ ਜਿਹਦੇ ਕੋਲ ਜਿੱਦਾਂ ਦਾ ਖਜ਼ਾਨਾ ਹੋਏਗਾ ਉਹਨੇ ਉਹੀ ਖਜ਼ਾਨਾ ਵੰਡਣਾ ਹੈ।
ਜਿਹਦੇ ਕੋਲ ਜੈਸਾ ਪਦਾਰਥ ਜੈਸੀ ਵਸਤੂ ਹੋਏਗੀ ਉਹਨੇ ਉਹ ਪਦਾਰਥ ਵਸਤੂ ਹੀ ਵੰਡਣੀ ਹੈ। ਗੁਰੂ ਨਾਨਕ ਸਾਹਿਬ ਜੀ ਸ਼ੁਭ ਗੁਣਾਂ ਦੇ ਖਜ਼ਾਨੇ ਨੇ, ਉਪਕਾਰ ਕਰ ਰਹੇ ਨੇ, ਸ਼ੁਭ ਗੁਣ ਵੰਡ ਰਹੇ ਹਨ। ਕਰਤਾਰ ਭਜੇ ਸਭ ਦੇਸ਼ ਤਰਿਓ। ਸਾਰਾ ਦੇਸ਼ ਜਿਹੜਾ ਜਿਹਨੇ ਕਦੇ ਵੀ ਕਰਤਾਰ ਦਾ ਨਾਮ ਨਹੀਂ ਸੀ ਸੁਣਿਆ, ਅੱਜ ਸਾਰਾ ਹੀ ਦੇਸ਼ ਸਤ ਕਰਤਾਰ ਇਸ ਤਰ੍ਹਾਂ ਜਪ ਰਿਹਾ ਹੈ। ਦਿਨ ਕੇਤਕ ਸ੍ਰੀ ਗੁਰ ਦੇਸ਼ ਤਸੀ। ਕਈ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸੇ ਦੇਸ਼ ਵਿੱਚ ਰਹੇ ਹਨ ਨਰ ਕੀਨ ਉਦਾਰ ਰਗੇ ਸੋ ਜਸੀ। ਔਰ ਇਸ ਦੇਸ਼ ਵਿੱਚ ਰਹਿ ਕੇ ਮਹਾਰਾਜ ਜੀ ਜਿੰਨੇ ਵੀ ਇੱਥੇ ਨਰ ਨੇ, ਭਾਵ ਮਨੁੱਖ ਨੇ, ਉਹਨਾਂ ਦਾ ਉਧਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰ ਰਹੇ ਨੇ। ਉਹਨਾਂ ਨੂੰ ਜੁਗਤੀ ਦੱਸ ਰਹੇ ਨੇ ਕਿ ਕਿਵੇਂ ਤੁਸੀਂ ਆਪਣਾ ਮਨੁੱਖਾ ਜਨਮ ਸਫਲ ਕਰਨਾ ਹੈ, ਸਰੀਰ ਕਰਕੇ ਦੂਜਿਆਂ ਦਾ ਭਲਾ ਕਿਵੇਂ ਕਰਨਾ ਹੈ, ਔਰ ਮਾਨਸਿਕ ਤਲ ਉੱਤੇ ਆਪਣੀ ਜੀਵ ਆਤਮਾ ਦਾ ਭਲਾ ਕਿਵੇਂ ਕਰਨਾ ਹੈ। ਧਿਆਨ ਰੱਖਿਓ, ਅਸੀਂ ਬਾਹਰੋਂ ਦੂਜਿਆਂ ਦਾ ਭਲਾ ਕਰਨਾ ਹੈ, ਅੰਦਰੋਂ ਆਪਣਾ ਵੀ ਭਲਾ ਕਰਨਾ ਹੈ। ਦੂਜਿਆਂ ਦਾ ਭਲਾ ਅਸੀਂ ਤਾਂ ਕਰ ਸਕਾਂਗੇ ਜੇ ਪਹਿਲਾਂ ਸਾਨੂੰ ਆਪਣਾ ਆਪ ਭਲਾ ਕਰਨਾ ਆ ਜਾਏਗਾ। ਪਹਿਲੇ ਤੇ ਅਸੀਂ ਆਪਣੀ ਜੀਵ ਆਤਮਾ ਤੇ ਉਪਕਾਰ ਕਰਨਾ ਹੈ, ਮਨ ਰਾਹੀਂ ਉਹਨੂੰ ਨਾਮ ਦਾ ਰਸ ਦੇਣਾ ਹੈ। ਇਹ ਵੀ ਬਹੁਤ ਵੱਡਾ ਉਪਕਾਰ ਹੈ। ਮਨ ਰਾਹੀਂ ਜੀਵ ਆਤਮਾ ਨੂੰ ਪਰਮੇਸ਼ਵਰ ਦੇ ਨਾਮ ਦਾ ਰਸ ਦੇਣਾ, ਇਹ ਉਪਕਾਰ ਕਰਨਾ ਹੈ ਉਹਦੇ ਉੱਤੇ। ਜਦੋਂ ਅਸੀਂ ਆਪਣੇ ਆਪੇ ਦਾ ਭਲਾ ਕਰ ਸਕਾਂਗੇ ਤਾਂ ਹੀ ਅਸੀਂ ਦੂਜਿਆਂ ਦਾ ਭਲਾ ਕਰ ਸਕਾਂਗੇ। ਮਾਰੇ ਕਹਿੰਦੇ ਪਹਿਲਾਂ ਆਪ ਜਪੇਗਾ ਤਾਂ ਹੀ ਦੂਜਿਆਂ ਨੂੰ ਜਪਾਏਗਾ। ਜੇ ਤੂੰ ਆਪ ਹੀ ਨਹੀਂ ਜਪਦਾ ਤੇ ਦੂਜਿਆਂ ਨੂੰ ਕਿੱਥੋਂ ਜਪਾਏਗਾ। ਆਪ ਜਪੋ, ਅਵਰਹ ਨਾਮ ਜਪਾਵੋ। ਆਪ ਪਹਿਲਾਂ ਜਪਾਂਗੇ ਫਿਰ ਦੂਜਿਆਂ ਨੂੰ ਜਪਾਉਣਾ ਹੈ। ਪਹਿਲਾਂ ਆਪ ਅਸੀਂ ਨਿਤ ਨੇਮੀ ਬਣਾਂਗੇ ਤਾਂ ਦੂਸਰਿਆਂ ਨੂੰ ਨਿਤ ਦੇ ਨੇਮ ਵਿੱਚ ਜੋੜ ਸਕਦੇ ਹਾਂ। ਜੇ ਅਸੀਂ ਮਰਿਆਦਾ ਵਿੱਚ ਰਹਿ ਕੇ ਚੱਲਾਂਗੇ ਤਾਂ ਹੀ ਦੂਸਰਿਆਂ ਨੂੰ ਕਹਿ ਸਕਾਂਗੇ। ਜੇ ਅਸੀਂ ਆਪ ਨਹੀਂ, ਅਵਰ ਉਪਦੇਸ਼ਾ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ। ਮਾਰੇ ਕਹਿੰਦੇ ਦੂਜਿਆਂ ਨੂੰ ਉਪਦੇਸ਼ ਦੇਣਾ ਬੜਾ ਸੌਖਾ ਹੈ, ਪਰ ਕਿੰਨਾ ਚੰਗਾ ਹੋਵੇ ਜੇ ਤੂੰ ਪਹਿਲਾਂ ਆਪ ਉਹਦੇ ਤੇ ਅਮਲ ਕਰੇ। ਜਿਹੜਾ ਆਪ ਅਮਲ ਕਰਕੇ ਦੂਜਿਆਂ ਨੂੰ ਉਪਦੇਸ਼ ਦਿੰਦਾ ਉਹਦਾ ਅਸਰ ਵੀ ਹੁੰਦਾ ਹੈ, ਉਹਦੀ ਕਹੀ ਹੋਈ ਗੱਲ ਦਾ ਅਸਰ ਵੀ ਹੁੰਦਾ ਹੈ। ਜਿਹਨੇ ਆਪ ਨਹੀਂ ਕਮਾਇਆ ਉਸ ਨਿਰੀਆਂ ਗੱਲਾਂ ਹੀ ਬਾਹਰ ਕਰ ਰਿਹਾ ਹੈ, ਉਹਦਾ ਕਦੇ ਕਿਸੇ ਦੇ ਅਸਰ ਪ੍ਰਭਾਵ ਨਹੀਂ ਪੈਂਦਾ। ਇਸ ਲਈ ਮਹਾਰਾਜ ਕਹਿੰਦੇ ਪਹਿਲਾਂ ਆਪ ਕਮਾਵਾਂਗੇ, ਆਪਣਾ ਭਲਾ ਕਰਾਂਗੇ ਤਾਂ ਹੀ ਦੂਜਿਆਂ ਦਾ ਭਲਾ ਕਰਨ ਲਈ ਤੁਰ ਸਕਦੇ ਹਾਂ। ਸਾਹਿਬ ਜੀ ਨੇ ਇਹਨਾਂ ਨੂੰ ਗੁਰਤੀਆਂ ਦਿੱਤੀਆਂ ਵੀ ਆਪਣਾ ਵੀ ਭਲਾ ਕਰੋ ਤੇ ਦੂਜਿਆਂ ਦਾ ਵੀ ਭਲਾ ਕਰੋ। ਆਪ ਵੀ ਜੁੜ ਜਾਓ ਤੇ ਦੂਸਰਿਆਂ ਨੂੰ ਵੀ ਜੋੜੋ। ਆਪ ਵੀ ਵਿਕਾਰਾਂ ਤੋਂ ਬਚੋ ਤੇ ਦੂਜਿਆਂ ਨੂੰ ਵੀ ਵਿਕਾਰਾਂ ਤੋਂ ਬਚਾਓ। ਆਪ ਵੀ ਮਾੜੀ ਸੰਗਤ ਤੋਂ ਬਚੋ ਤੇ ਦੂਜਿਆਂ ਨੂੰ ਵੀ ਮਾੜੀ ਸੰਗਤ ਤੋਂ ਬਚਾਓ। ਇਸ ਲਈ ਮਹਾਰਾਜ ਸਤਿਗੁਰੂ ਜੀ ਕੁਛ ਦਿਨ ਇੱਥੇ ਰਹੇ ਤੇ ਰਹਿ ਕੇ ਨਰ ਕੀਨ ਉਧਾਰ। ਗੁਰੂ ਸਾਹਿਬ ਜੀ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਉਧਾਰ ਕਰ ਰਹੇ ਨੇ, ਕਿਉਂਕਿ ਗੁਰੂ ਤੋਂ ਬਿਨਾਂ ਤਰਿਆ ਨਹੀਂ ਜਾਣਾ। ਬੇੜੀ ਤੋਂ ਬਿਨਾਂ, ਜਹਾਜ਼ ਤੋਂ ਬਿਨਾਂ ਦਰਿਆ ਸਮੁੰਦਰ ਕਦੇ ਪਾਰ ਨਹੀਂ ਹੁੰਦੇ। ਉਹਨਾਂ ਵਾਸਤੇ ਬੇੜੀ ਜਹਾਜ਼ ਸਾਨੂੰ ਉਹਦਾ ਆਸਰਾ ਚਾਹੀਦਾ ਹੈ। ਮਤ ਕੋ ਭਰਮ ਭੁਲੇ ਸੰਸਾਰ ਗੁਰ ਬਿਨ ਕੋਏ ਨਾ ਉਤਰ ਸਪਾਰ। ਗੁਰੂ ਇੱਕ ਜਹਾਜ਼ ਹੈ ਜਿਹਦੇ ਆਸਰੇ ਤੇ ਅਸੀਂ ਭਵਜਲ ਨੂੰ ਪਾਰ ਕਰਨਾ ਹੈ। ਸਾਹਿਬ ਜੀ ਇਸ ਇਲਾਕੇ ਵਿੱਚ ਰਹਿ ਕੇ ਇਹਨਾਂ ਲੋਕਾਂ ਦਾ ਉਧਾਰ ਕਰ ਰਹੇ ਹਨ। ਚਿਤਪਾਲ ਪ੍ਰਜਾ ਸਭ ਆਵਤ ਹੈ। ਇੱਥੋਂ ਦਾ ਰਾਜਾ ਔਰ ਜਿੰਨੀ ਵੀ ਪ੍ਰਜਾ ਹੈ ਸਾਰੇ ਰਾਜੇ ਦੇ ਸਮੇਤ ਸਾਰੇ ਹੀ ਆਵਤ ਹੈ। ਕਿੱਥੇ ਆਉਂਦੇ ਨੇ? ਜੋ ਧਰਮਸਾਲ ਗੁਰੂ ਸਾਹਿਬ ਜੀ ਨੇ ਬਣਵਾਈ ਹੈ ਇੱਥੇ, ਸਾਰੇ ਹੀ ਗੁਰੂ ਨਾਨਕ ਸਾਹਿਬ ਜੀ ਕੋਲ ਚੱਲ ਕੇ ਆਉਂਦੇ ਹਨ। ਪਗ ਬੰਧਨ ਕੈ ਸੁਖ ਪਾਵਤ ਹੈ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਜੁੜਦੇ ਨੇ ਔਰ ਜੁੜ ਕੇ ਸੁੱਖ ਪਾਉਂਦੇ ਨੇ, ਕਿਉਂਕਿ ਗੁਰੂ ਸਾਹਿਬ ਸੁੱਖ ਦਿੰਦੇ ਆ, ਦੁੱਖ ਨਹੀਂ ਦਿੰਦੇ। ਅਸੀਂ ਗੁਰਦੁਆਰਾ ਸਾਹਿਬ ਆਏ ਹਾਂ, ਸੁਖੀ ਹੋਣ ਵਾਸਤੇ ਆਏ ਹਾਂ, ਦੁਖੀ ਹੋਣ ਵਾਸਤੇ ਨਹੀਂ ਆਏ ਹਾਂ। ਕਿਉਂਕਿ ਇੱਥੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇੱਥੇ ਦੁੱਖ ਮਹਾਰਾਜ ਕਹਿੰਦੇ ਪਰੇ ਤੇ ਸੁੱਖ ਆਪਣੇ ਘਰ ਵਿੱਚ ਜ਼ਿੰਦਗੀ ਵਿੱਚ ਲੈ ਕੇ ਜਾ। ਔਰ ਤਾਂ ਹੀ ਲੈ ਸਕਦਾ ਜੇ ਪਹਿਲਾਂ ਗੁਰੂ ਦੀ ਸਮਝ ਹੋਏਗੀ। ਜੇ ਸਾਨੂੰ ਗੁਰੂ ਸਾਹਿਬ ਦੀ ਸੋਝੀ, ਗੁਰਦੁਆਰਾ ਸਾਹਿਬ ਦੀ ਸੋਝੀ ਹੋਏਗੀ ਤਾਂ ਹੀ ਸੌਦਾ ਲੈ ਸਕਾਂਗੇ। ਜੇ ਸਾਨੂੰ ਕਿਸੇ ਦੁਕਾਨ ਦੀ ਸਮਝ ਹੋਏਗੀ ਤਾਂ ਹੀ ਸੌਦਾ ਲੈਣ ਜਾ ਸਕਦੇ ਹਾਂ। ਜੇ ਸਮਝ ਨਹੀਂ ਤੇ ਸੌਦਾ ਲੈਣਾ ਔਖਾ ਹੋ ਜਾਏਗਾ। ਇੱਥੇ ਨਾਮ ਦਾ ਸੌਦਾ ਲੈਣ ਆਏ ਹਾਂ, ਜਿਹੜਾ ਖੱਟ ਕੇ ਅਸੀਂ ਦੁਨੀਆ ਤੋਂ ਲੈ ਕੇ ਜਾਣਾ। ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ। ਸੋ ਉਹ ਜਿਹੜਾ ਇਹਾਂ ਖਾਟ ਇੱਥੋਂ ਖੱਟ ਕੇ ਲੈ ਜਾਣਾ, ਉਹ ਕਿਹੜੀ ਹੱਟੀ ਤੋਂ ਮਿਲਣਾ ਹੈ? ਉਹ ਬਾਬੇ ਨਾਨਕ ਦੀ ਹੱਟੀ ਤੋਂ ਮਿਲਣਾ ਹੈ। ਉਹ ਕਿੱਥੋਂ ਮਿਲਣਾ ਹੈ? ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ ਮਿਲਣਾ ਹੈ। ਇਹ ਸੌਦਾ ਕਿਤੇ ਹੋਰ ਨਹੀਂ ਮਿਲਣਾ। ਅਸੀਂ ਜਿੱਥੇ ਮਰਜ਼ੀ ਭਟਕ ਲਈਏ, ਜਿਹੜਾ ਸੌਦਾ ਸੱਚੀ ਬਾਣੀ ਚੋਂ ਮਿਲਣਾ ਉਹ ਕਿਤੋਂ ਹੋਰ ਨਹੀਂ ਜੇ ਮਿਲਣਾ। ਇਸ ਲਈ ਕਹਿੰਦੇ ਨੇ ਜਿੰਨੇ ਵੀ ਲੋਕ ਨੇ ਇਹ ਸਾਰੇ ਹੀ ਰਾਜੇ ਦੇ ਸਮੇਤ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਜੁੜਦੇ ਨੇ, ਸੁੱਖ ਪਾਉਂਦੇ ਹਨ। ਸੁਨ ਸ਼੍ਰੀ ਮੁਖ ਤੇ ਸੁਖਵੰਤ ਗਿਰਾ। ਕਹਿੰਦੇ ਗੁਰੂ ਸਾਹਿਬ ਜੀ ਕੋਲੋਂ ਸੁਖਮਈ ਬਚਨ ਸੁਣ ਕੇ, ਸੁਖਦਾਈ ਬੋਲ ਸੁਣ ਕੇ ਇਹਨਾਂ ਨੂੰ ਬੜਾ ਸਕੂਨ ਮਿਲਦਾ ਹੈ। ਸਭ ਕੋ ਉਹਦੇ ਪ੍ਰੇਮ ਕੇ ਸੰਗ ਭਰਾ। ਤੇ ਇਹਨਾਂ ਦਾ ਹਿਰਦਾ ਪ੍ਰੇਮ ਨਾਲ ਭਰ ਜਾਂਦਾ ਹੈ। ਜਦੋਂ ਇਹ ਗੁਰੂ ਸਾਹਿਬ ਜੀ ਦੇ ਮੁਖ ਤੋਂ ਪਾਵਨ ਬੋਲ ਸੁਣਦੇ ਨੇ ਨਾ, ਤਾਂ ਸੁਣ ਕੇ ਇਹਨਾਂ ਦੇ ਹਿਰਦੇ ਵਿੱਚ ਪ੍ਰੇਮ ਉਤਪੰਨ ਹੁੰਦਾ ਹੈ। ਇਹਨਾਂ ਦਾ ਹਿਰਦਾ ਪ੍ਰੇਮ ਰਸ ਦੇ ਨਾਲ ਭਰ ਜਾਂਦਾ ਹੈ, ਜਿਹੜੇ ਗੁਰੂ ਸਾਹਿਬ ਦੇ ਮੁਖ ਤੋਂ ਪਾਵਨ ਬਚਨ ਸੁਣਦੇ ਹਨ। ਸਿਮਰੈ ਕਰ ਨਾਮੈ ਪ੍ਰੀਤ ਕਰੈ। ਤੇ ਜਿਨ੍ਹਾਂ ਦਾ ਹਿਰਦਾ ਪ੍ਰੇਮ ਨਾਲ ਭਰਦਾ ਹੈ, ਉਹ ਫਿਰ ਪ੍ਰੇਮ ਨਾਲ ਹੀ ਪਰਮੇਸ਼ਵਰ ਨੂੰ ਚੇਤੇ ਕਰਦੇ ਆ। ਉਹ ਫਿਰ ਪ੍ਰੇਮ ਵਿੱਚ ਭਿੱਜੇ ਹੋਏ ਸਿਮਰੈ ਹਰਿ ਨਾਮੈ ਪ੍ਰੀਤ ਕਰੈ। ਉਹ ਫਿਰ ਪ੍ਰੀਤ ਪ੍ਰੇਮ ਦੇ ਨਾਲ ਪਰਮੇਸ਼ਵਰ ਦੇ ਨਾਮ ਨੂੰ ਸਿਮਰਦੇ ਨੇ। ਧਿਆਨ ਰੱਖਿਓ, ਜਿੱਥੇ ਪ੍ਰੇਮ ਨਾਲ ਪਰਮੇਸ਼ਵਰ ਦਾ ਨਾਮ ਸਿਮਰਿਆ ਜਾਣਾ ਨਾ, ਉੱਥੇ ਕੋਈ ਦਿਖਾਵਾ ਨਹੀਂ ਹੋਏਗਾ, ਉੱਥੇ ਕੋਈ ਫਾਰਮੈਲਿਟੀ ਨਹੀਂ ਹੋਏਗੀ। ਉੱਥੇ ਇਹ ਨਹੀਂ ਹੋਏਗਾ ਕਿ ਕੋਈ ਮੈਨੂੰ ਪਾਠ ਕਰਦੇ ਨੂੰ ਦੇਖ ਰਿਹਾ ਕਿ ਨਹੀਂ ਦੇਖ ਰਿਹਾ। ਉੱਥੇ ਇਹ ਨਹੀਂ ਹੋਏਗਾ ਵੀ ਮੈਨੂੰ ਕੋਈ ਸੇਵਾ ਕਰਦੇ ਨੂੰ ਵੇਖ ਰਿਹਾ ਕਿ ਨਹੀਂ ਵੇਖ ਰਿਹਾ। ਉੱਥੇ ਇਹ ਨਹੀਂ ਹੋਏਗਾ ਵੀ ਮੈਨੂੰ ਕਿਸੇ ਨੇ ਗੁਰੂ ਦਰ ਤੇ ਆਉਂਦਿਆਂ ਵੇਖਿਆ ਕਿ ਨਹੀਂ ਵੇਖਿਆ। ਜੇ ਮਨ ਵਿੱਚ ਇਹ ਖਿਆਲ ਲੈ ਕੇ ਆਪਾਂ ਗੁਰੂ ਦਰ ਤੇ ਸੰਗਤ ਜਾਂ ਪਾਠ ਜਾਂ ਸੇਵਾ 'ਚ ਜੁੜ ਰਹੇ ਹਾਂ, ਇਹਦਾ ਮਤਲਬ ਅੰਦਰ ਭਾਂਡਾ ਖਾਲੀ ਹੈ, ਅੰਦਰ ਪ੍ਰੇਮ ਨਹੀਂ ਹੈ। ਕਿਉਂਕਿ ਪ੍ਰੇਮ ਕਦੇ ਵੀ ਦਿਖਾ ਕੇ ਨਹੀਂ ਹੁੰਦਾ ਕਿ ਹਾਂ ਮੈਂ ਤੇਰੇ ਨਾਲ ਬੜਾ ਪ੍ਰੇਮ। ਮਾਂ ਦੇ ਹਿਰਦੇ ਵਿੱਚ ਅਥਾਹ ਪਿਆਰ ਭਰਿਆ ਹੁੰਦਾ ਹੈ, ਪਰ ਉਹ ਲੋਕਾਂ ਨੂੰ ਦਿਖਾਉਂਦੀ ਨਹੀਂ ਕਿ ਮੇਰੇ ਪੁੱਤਰ ਦੇ ਨਾਲ ਕਿੰਨਾ ਪਿਆਰ ਹੈ। ਹਾਂ, ਪੁੱਤਰ ਭਾਵੇਂ ਇੱਕ ਵਾਰ ਦਿਖਾ ਦੇਵੇ ਕਿ ਮਾਂ ਮੈਂ ਕਿੰਨਾ ਤੇਰੇ ਨਾਲ ਪਿਆਰ ਕਰਦਾ, ਪਰ ਮਾਂ ਦੇ ਹਿਰਦੇ ਦਾ ਪਿਆਰ ਦਿਖਾਵੇ ਦਾ ਨਹੀਂ ਹੁੰਦਾ। ਤੇ ਨਾ ਹੀ ਉਹਨੂੰ ਕਿਸੇ ਨੂੰ ਦਿਖਾਉਣ ਦੀ ਲੋੜ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਮੇਰੇ ਬੱਚਿਆਂ ਦੇ ਨਾਲ ਕਿੰਨਾ ਕੁ ਪਿਆਰ ਹੈ। ਅਸੀਂ ਗੁਰੂ ਸਾਹਿਬ ਦਿਖਾਉਂਦੇ ਨਹੀਂ ਕਿ ਮੇਰਾ ਸਿੱਖ ਨਾਲ, ਗੁਰਸਿੱਖ ਨਾਲ, ਮੇਰੇ ਪਿਆਰਿਆਂ ਨਾਲ ਕਿੰਨਾ ਕੁ ਪਿਆਰ ਹੈ। ਅਸੀਂ ਵੀ ਗੁਰੂ ਸਾਹਿਬ ਨੂੰ ਜਤਾਈਏ ਨਾ, ਦਿਖਾਈਏ ਨਾ, ਸਗੋਂ ਸਾਡੇ ਹਿਰਦੇ ਦਾ ਪਿਆਰ ਸਤਿਗੁਰੂ ਨੂੰ ਆਪੇ ਪਤਾ ਲੱਗ ਜਾਏ ਕਿ ਇਸ ਗੁਰਸਿੱਖ ਦੇ ਅੰਦਰ ਮੇਰੇ ਪ੍ਰਤੀ ਕਿੰਨਾ ਕੁ ਪਿਆਰ ਹੈ। ਇੱਥੇ ਕਹਿੰਦੇ ਨੇ ਜਿੰਨਾ ਗੁਰੂ ਸਾਹਿਬ ਸੁਨ ਸ਼੍ਰੀ ਮੁਖ ਤੇ ਸੁਖਵੰਤ ਗਿਰਾ। ਜਦੋਂ ਗੁਰੂ ਸਾਹਿਬ ਦੇ ਮੁਖ ਤੋਂ ਸੁਖਮਈ ਬੋਲ ਸੁਣਦੇ ਨੇ, ਉਹ ਪ੍ਰੇਮ ਕੇ ਸੰਗ ਭਰਾ, ਉਹ ਹਿਰਦਾ ਪ੍ਰੇਮ ਦੇ ਨਾਲ ਭਰ ਜਾਂਦਾ ਹੈ। ਜਦੋਂ ਪ੍ਰੇਮ ਨਾਲ ਭਰ ਗਿਆ, ਸਿਮਰੈ ਹਰਿ ਨਾਮੈ ਪ੍ਰੀਤ ਕਰੈ, ਫਿਰ ਨਾਮ ਦੇ ਨਾਲ ਪ੍ਰੀਤ ਪਾ ਕੇ ਇਹ ਹਰ ਵੇਲੇ ਪਰਮੇਸ਼ਵਰ ਨੂੰ ਸਿਮਰਦੇ ਹਨ। ਮਿਲ ਆਪਸ ਮੈਂ ਬਹੁ ਭਾਉ ਤਰੈ। ਹੁਣ ਆਪਸ ਵਿੱਚ ਵੀ ਲੋਕ ਜਦੋਂ ਮਿਲਦੇ ਆ ਤੇ ਭਾਵ ਪ੍ਰੇਮ ਦੇ ਨਾਲ ਮਿਲਦੇ ਆ, ਭਾਵਨਾ ਦੇ ਨਾਲ ਮਿਲਦੇ ਆ, ਸ਼ਰਧਾ ਪਿਆਰ ਸਤਿਕਾਰ ਦੇ ਨਾਲ ਮਿਲਦੇ ਆ। ਦਿਲਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਪਿਆਰ ਹੈ। ਐਸੀ ਅਵਸਥਾ ਇਹਨਾਂ ਦੀ ਬਣ ਗਈ ਹੈ। ਰਾਹਕ ਪੂਰਬ ਸਿੱਖ ਜੋ ਬੋਲਿਓ ਖਬ ਕਰ ਬਿੰਦ। ਹੁਣ ਐਸਾ ਮਾਹੌਲ ਇਸ ਦੇਸ਼ ਇਲਾਕੇ ਵਿੱਚ ਬਣ ਗਿਆ। ਹੁਣ ਜਦੋਂ ਆਪਸ ਵਿੱਚ ਮਿਲਦੇ ਆ ਤੇ ਮੱਥੇ ਵੱਟ ਨਹੀਂ ਪੈਂਦਾ।
ਜਾਂ ਦੇਖ ਕੇ ਮਨ ਅੰਦਰ ਖਿੱਚਦਾ ਨਹੀਂ ਵੀ ਇਹ ਕਿੱਥੋਂ ਆ ਗਿਆ, ਹੁਣ ਇਹ ਕਿ ਮੱਥੇ ਲੱਗੇਗਾ, ਇਹ ਹੁਣ ਕੁਝ ਕਹਿ ਨਾ ਦੇਵੇ, ਕੁਝ ਇਹਨੂੰ ਦੇਣਾ ਨਾ ਪੈ ਜਾਏ। ਜਦੋਂ ਇਸ ਤਰ੍ਹਾਂ ਦੀ ਅੰਦਰ ਵਿਚਾਰ ਆ ਜਾਏ ਤੇ ਸਮਝ ਲੈਣਾ ਫਿਰ ਜਿਹੜਾ ਇਹ ਆਪਸ ਵਿੱਚ ਮਿਲਣ ਲਈ ਜੋ ਭਾਵਨਾ ਹੁੰਦੀ ਆ ਉਹ ਨਹੀਂ ਹੈ ਅੰਦਰ। ਜਦੋਂ ਅੰਦਰ ਆਪਸ ਵਿੱਚ ਮਿਲਣ ਦੀ ਭਾਵਨਾ ਹੋਵੇ ਉਦੋਂ ਇਹ ਖਿਆਲ ਨਹੀਂ ਆਉਂਦੇ ਵੀ ਕਿੱਥੇ ਇਹ ਮੱਥੇ ਲੱਗ ਗਿਆ, ਹੁਣ ਕੀ ਕਹੇਗਾ, ਕੁਝ ਮੰਗ ਹੀ ਨਾ ਲਵੇ, ਨਹੀਂ, ਉਦੋਂ ਫਿਰ ਭਾਵਨਾ ਵਿੱਚ ਆਪਸ ਵਿੱਚ ਮਿਲ ਕੇ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਇਸ ਤਰ੍ਹਾਂ ਦੀ ਅਵਸਥਾ ਦੇ ਲੋਕ ਜਿਹੜੇ ਨੇ ਮੁਨਾਫਿਕ ਦੇਸ਼ ਦੇ ਵਿੱਚ ਹੋ ਗਏ। ਕਹਿੰਦੇ ਜਦੋਂ ਐਸੀ ਭਾਵਨਾ ਇਹਨਾਂ ਅੰਦਰ ਬਣ ਗਈ, ਹੁਣ ਇੱਕ ਜਿਹੜਾ ਸੀ ਵੈਸੇ ਤਾਂ ਸਾਰੇ ਹੀ ਗੁਰੂ ਸਾਹਿਬ ਦੇ ਚਰਨਾਂ ਦੇ ਸਿੱਖ ਬਣ ਗਏ, ਇੱਕ ਆਇਆ ਆ ਕੇ ਗੁਰੂ ਸਾਹਿਬ ਜੀ ਅੱਗੇ ਹੱਥ ਜੋੜ ਕੇ ਕਹਿਣ ਲੱਗਾ, ਕੁਦਰਤ ਕੋ ਕੁਛ ਪਤਾ ਮੁਝੇ ਦਰਸਾਵੋ ਸੁਖ ਕੰਦ। ਸੁੱਖ ਕੰਦ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਡਾ ਸ਼ੁਕਰਾਨਾ। ਤੁਸੀਂ ਕੁਦਰਤ ਵਿੱਚ ਕਾਦਰ ਜਿਹੜਾ ਸੀ ਉਹ ਸਾਨੂੰ ਦਰਸਾਇਆ, ਸਾਨੂੰ ਮਹਿਸੂਸ ਕਰਾਇਆ ਕਿ ਕੁਦਰਤ ਵਿੱਚ ਕਾਦਰ ਵਸਦਾ ਹੈ। ਇਹ ਸਾਰਾ ਬ੍ਰਹਿਮੰਡ ਇਸ ਬ੍ਰਹਮ ਪਰਮੇਸ਼ਵਰ ਦਾ ਬਣਾਇਆ ਹੋਇਆ ਹੈ, ਇਹ ਸਾਰੀ ਰਚਨਾ ਉਹਦੀ ਹੈ, ਸਾਰਾ ਸੰਸਾਰ ਉਹਦੇ ਹੁਕਮ ਦੇ ਵਿੱਚ ਹੈ। ਹੁਣ ਇੱਕ ਕਿਰਪਾ ਹੋਰ ਕਰ ਦਿਓ ਕਿ ਮੈਨੂੰ ਕੁਝ ਦਰਸਾਵੋ ਉਸ ਕਰਤੇ ਬਾਰੇ, ਮੈਨੂੰ ਕੁਝ ਦਿਖਾਓ, ਕੁਝ ਪਤਾ ਤੇ ਜਿਹੜਾ ਉਹ ਦਿਖਾਓ ਨਾ ਵੀ ਕੁਦਰਤ ਕਿਵੇਂ ਚੱਲ ਰਹੀ ਹੈ ਕਰਤੇ ਦੇ ਹੁਕਮ ਦੇ ਵਿੱਚ। ਮੈਨੂੰ ਕੁਝ ਕਰਤੇ ਬਾਰੇ ਦੱਸੋ ਕਿ ਇਸ ਕੁਦਰਤ ਵਿੱਚ ਕਰਤਾ ਕਿਵੇਂ ਵਿਚਰ ਰਿਹਾ ਹੈ। ਕਈਆਂ ਦੇ ਮਨਾਂ ਵਿੱਚ ਅੱਜ ਵੀ ਇਹ ਸਵਾਲ ਨੇ, ਉਹ ਕਹਿੰਦੇ ਅਸੀਂ ਕੁਦਰਤ ਨੂੰ ਤੇ ਮੰਨਦੇ ਹਾਂ ਪਰ ਕਾਦਰ ਨੂੰ ਨਹੀਂ ਮੰਨਦੇ। ਇਹ ਸਵਾਲ ਇਹਨੇ ਵੀ ਕੀਤਾ, ਕਹਿਣ ਲੱਗੇ ਕੁਝ ਪਤਾ ਮੁਝੇ ਦਰਸਾਵੋ, ਮੈਨੂੰ ਕੁਝ ਪਤਾ ਤਾਂ ਦੱਸੋ, ਭਾਵ ਕੋਈ ਐਸਾ ਦੱਸੋ ਦ੍ਰਿਸ਼ਟਾਂਤ ਦੇ ਕੇ ਸਮਝਾਓ ਜਿਹਨੂੰ ਵੇਖ ਕੇ ਮੈਂ ਕਹਿ ਸਕਾਂ ਕਿ ਵਾਕਈ ਕੁਦਰਤ ਪਿੱਛੇ ਕਾਦਰ ਕੰਮ ਕਰ ਰਿਹਾ ਹੈ। ਹੁਣ ਅਸੀਂ ਆ ਮੋਬਾਈਲ ਹੀ ਲੈ ਲਓ ਜਿਹੜਾ ਚੱਲ ਰਿਹਾ ਹੈ, ਜਿਹਦੇ ਰਾਹੀਂ ਅਸੀਂ ਸੁਣ ਰਹੇ ਹਾਂ, ਬੋਲ ਰਹੇ ਹਾਂ, ਇਹਦੇ ਵਿੱਚ ਜੋ ਲਾਈਟ ਚੱਲ ਰਹੀ ਹੈ ਇਹਦੇ ਪਿੱਛੇ ਕੀ ਹੈ? ਇਹਦੇ ਪਿੱਛੇ ਉਹ ਚਾਰਜ ਕਰਨ ਵਾਲੀ ਬੈਟਰੀ ਹੈ। ਤੇ ਜੇ ਉਹ ਪਿੱਛੇ ਪਾਵਰ ਵਾਲੀ ਬੈਟਰੀ ਵਿੱਚ ਨਾ ਹੋਵੇ ਤੇ ਫਿਰ ਨਾ ਉਸ ਮੋਬਾਈਲ ਨੇ ਬੋਲਣਾ, ਨਾ ਸੁਣਨਾ, ਨਾ ਉਹਦੇ ਵਿੱਚ ਰੋਸ਼ਨੀ ਹੋਣੀ ਆ। ਉਹ ਭਾਵੇਂ ਲੱਖ ਰੁਪਏ ਦਾ ਤੇ ਭਾਵੇਂ ਉਹਦੀ ਕੀਮਤ 1000 ਗੁਣਾ ਵੱਧ ਹੋਵੇ, ਪਰ ਉਹ ਬੋਲੇਗਾ, ਸੁਣੇਗਾ ਜਾਂ ਰੋਸ਼ਨੀ ਤਾਂ ਹੀ ਦੇਗਾ ਜੇ ਉਹਦੇ ਪਿੱਛੇ ਪਾਵਰ ਕੰਮ ਕਰ ਰਹੀ ਹੈ। ਤੇ ਜੇ ਉਹ ਪਾਵਰ ਨਾ ਹੋਵੇ ਤੇ ਫਿਰ ਇਹ ਕੰਮ ਨਹੀਂ ਕਰ ਸਕਦਾ, ਕੋਈ ਵੀ ਹੋਵੇ। ਆ ਹੁਣ ਦੇਖ ਰਹੇ ਹਾਂ ਪੱਖੇ ਚੱਲ ਰਹੇ ਆ, ਲਾਈਟਾਂ ਚੱਲ ਰਹੀਆਂ, ਇਹ ਪਾਵਰ ਹੀ ਕੰਮ ਕਰ ਰਹੀ ਹੈ ਨਾ। ਪਰ ਅਸੀਂ ਤੇ ਤਾਰ ਵੇਖ ਰਹੇ ਹਾਂ, ਪਰ ਤਾਰ ਨਹੀਂ, ਤਾਰ ਦੇ ਵਿੱਚ ਪਾਵਰ ਕੰਮ ਕਰ ਰਹੀ ਹੈ। ਉਹ ਜਿਹੜੀ ਤਾਰ ਹੈ ਨਾ ਇਹ ਕੁਦਰਤ ਹੈ, ਪਰ ਜਿਹੜੀ ਤਾਰ ਦੇ ਵਿੱਚ ਪਾਵਰ ਹੈ ਉਹ ਕਾਦਰ ਹੈ। ਤੇ ਜੇ ਕਾਦਰ ਨਾ ਹੋਵੇ ਤੇ ਕੱਲੀ ਕੁਦਰਤ ਕੀ ਕਰ ਲੇਗੀ? ਜੇ ਕਾਦਰ ਨਾ ਹੋਵੇ ਤੇ ਫਿਰ ਕੁਦਰਤ ਕੱਲੀਆਂ ਤਾਰਾਂ ਕੀ ਕਰਨਗੀਆਂ ਜੇ ਵਿੱਚ ਪਾਵਰ ਹੀ ਨਾ ਹੋਵੇ ਤਾਂ? ਪਾਵਰ ਨੇ ਹੀ ਕੰਮ, ਆ ਸਰੀਰ, ਆ ਹੱਡੀਆਂ ਦਾ ਹਾਰਡ ਮਾਸ ਨਾੜੀ ਕੋ ਪਿੰਜਰਾ ਤੇ ਬਣ ਗਿਆ, ਪਰ ਜਿਹਦੇ ਵਿੱਚ ਪਾਵਰ ਹੀ ਨਹੀਂ ਹੋਏਗੀ ਤੇ ਪਿੰਜਰਾ ਕੀ ਕਰੇਗਾ? ਕੁਝ ਨਹੀਂ ਕਰ ਸਕਦਾ। ਉਹਨੇ ਸਵਾਲ ਕੀਤਾ, ਮਹਾਰਾਜ ਮੈਨੂੰ ਕੁਝ ਤਾਂ ਦਿਖਾਓ ਕਿ ਕਿਵੇਂ ਕੁਦਰਤ ਵਿੱਚ ਕਾਦਰ ਵਰਤ ਰਿਹਾ ਹੈ। ਸੁਣ ਕਰੇ ਤੈ ਕੇ ਬਚ ਗੁਰੂ ਨਾਨਕ ਕਰੀ ਗੁਰਾ ਉਚਾਰ। ਸੁਣ ਕੇ ਕਹਿੰਦੇ ਨੇ ਇਸ ਸਿੱਖ ਦੀ ਗੱਲ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੋਂ ਬਚਨ ਉਚਾਰਦੇ ਹਨ, ਜਹਾਂ ਖੇਤ ਮੈਂ ਬੂਟੋ ਪਾਰੋ ਦੇਖੋ ਕੁਦਰਤ ਪਾਰ। ਮਹਾਰਾਜ ਕਹਿੰਦੇ ਜਾ ਜਿਹੜੇ ਖੇਤ ਵਿੱਚ ਕਣਕ ਦਾ ਬੂਟਾ ਲੱਗਾ ਹੋਇਆ ਨਾ, ਜਿਹੜੇ ਤੁਸੀਂ ਫਸਲ ਲੈਣ ਵਾਸਤੇ ਉੱਥੇ ਕਣਕ ਜਿਹੜੀ ਹੈ ਉਹ ਕਣਕ ਦਾ ਜਿਹੜਾ ਬੂਟਾ ਹੈ, ਕਹਿੰਦੇ ਜਾ ਕੇ ਉਹਨੂੰ ਵੇਖੋ, ਉਹ ਕੁਦਰਤ ਦੇ ਵਿੱਚ ਹੀ ਹੈ ਨਾ। ਕਣਕ ਦਾ ਬੂਟਾ ਜਿਹੜਾ ਹੈ ਉਹ ਕਹਿੰਦੇ ਨੇ ਕਣਕ ਉਹ ਕੁਦਰਤ ਵਿੱਚ ਹੈ। ਅਚਰਜ ਜੈ ਕੋ ਰੂਪ ਲਗੀਤ ਸਕੇ ਕੌਣ ਨਾ ਚੀਨ। ਕਹਿੰਦੇ ਜਾਓ ਜਾ ਕੇ ਉੱਥੇ ਦੇਖੋ, ਔਰ ਜੋ ਕੁਦਰਤ ਵਿੱਚ ਕਾਦਰ ਵਰਤ ਰਿਹਾ ਹੈ ਉਹਨੂੰ ਵੇਖ ਕੇ ਅਚਰਜ ਹੈਰਾਨੀ ਹੋਵੇਗੀ। ਸੁਰ ਨਰ ਅਸੁਰ ਇਹ ਤਰ ਕੇ ਤਾਕੇ ਗੁਰਦ ਜੈ ਕੀਨ। ਕਹਿੰਦੇ ਨੇ ਸੁਰ ਨਰ ਜਿੰਨੇ ਵੀ ਨੇ, ਦੇਵੀ ਦੇਵਤੇ, ਰਿਸ਼ੀ ਮੁਨੀ, ਪੀਰ ਪੈਗੰਬਰ, ਇਹ ਸਾਰੇ ਦੇ ਸਾਰੇ ਜਾਣਦੇ ਆ ਕਿ ਕੁਦਰਤ ਪਿੱਛੇ ਕਾਦਰ ਹੀ ਕੰਮ ਕਰ ਰਿਹਾ ਹੈ। ਕੁਦਰਤ ਆਪਣੀ ਹਰਕਤ ਵਿੱਚ ਹੈ, ਕੁਦਰਤ ਹਰਕਤ ਕਰ ਰਹੀ ਹੈ, ਇਹਦੇ ਪਿੱਛੇ ਕਾਦਰ ਹੈ, ਤਾਂ ਹੀ ਇਹ ਕੁਦਰਤ ਹਰਕਤ ਕਰ ਰਹੀ ਹੈ। ਨਿਜ ਕਾਨ ਸੁਨੋ ਮਤ ਬਨ ਮਾਨਵ ਖੇਤ ਮੈਂ ਜਬ ਜਾਏ। ਇਸ ਲਈ ਧਿਆਨ ਦੇ ਕੇ ਸੁਣ, ਜਦੋਂ ਤੂੰ ਆਪਣੇ ਖੇਤ ਦੇ ਵਿੱਚ ਜਾਵੇਂਗਾ, ਗੋਦਮ ਬੂਟ ਉਖਾੜ ਦੇ ਕੇ ਔਰ ਔਰ ਬਿਸਮਾਏ। ਉਹ ਜਿਹੜਾ ਗੋਧੂਮ ਭਾਵ ਕਣਕ, ਉਹ ਜਿਹੜਾ ਬੂਟਾ ਹੈ ਉਹਨੂੰ ਤੂੰ ਉਖਾੜ ਭਾਵ ਉਹਨੂੰ ਜਦੋਂ ਤੂੰ ਪੁੱਟੇਗਾ, ਅੰਗਾਰ ਅਗਨੀ ਅਰਨ ਦਿਸਤ ਤੇਜ ਨਾ ਸਹਿ ਜਾਏ। ਔਰ ਉਹਦੇ ਜਦੋਂ ਉਹਨੂੰ ਤੂੰ ਪੁੱਟੇਗਾ ਪਿੱਛੋਂ ਦੀ ਕਹਿੰਦੇ ਅਗਨੀ ਤੈਨੂੰ ਨਜ਼ਰ ਆਏਗੀ, ਔਰ ਜਦੋਂ ਤੂੰ ਉਹਨੂੰ ਅਗਨੀ ਨੂੰ ਦੇਖੇਗਾ ਤਾਂ ਕਹਿੰਦੇ ਨੇ ਉਹਦਾ ਤੇਜ ਤੇਰੇ ਕੋਲੋਂ ਸਹਾਰਿਆ ਨਹੀਂ ਜਾਣਾ। ਸਭ ਲੋਕ ਖੇਰਨ ਖੇਤ ਦੋਰੇ ਭੋਜੀਨ ਮਨ ਚਾਏ। ਕਹਿੰਦੇ ਗਿਆ ਜਾ ਕੇ ਇਹਨੇ ਖੇਤ ਵਿੱਚੋਂ ਇੱਕ ਬੂਟਾ ਜਿਹੜਾ ਸੀ ਉਹ ਪੁੱਟਿਆ। ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਸਮਝ ਲੈਣਾ ਕਿ ਹੁਣ ਜਿਹੜਾ ਧਰਤੀ ਵਿੱਚ ਆਪਾਂ ਬੀਜ ਪਾਇਆ ਉਹ ਬੀਜ ਪੁੰਗਰਿਆ ਕਿਵੇਂ ਆ, ਜਾਂ ਅਸੀਂ ਜਿਹੜਾ ਭੋਜਨ ਖਾਧਾ ਉਹ ਭੋਜਨ ਪੇਟ ਵਿੱਚ ਗਿਆ ਤੇ ਪੇਟ ਵਿੱਚ ਜਾ ਕੇ ਉਹ ਪਚਿਆ ਕਿਵੇਂ ਆ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੈਸੀ ਅਗਨ ਉਧਰ ਮੈਂ, ਤੇ ਅਗਨੀ ਕਈ ਤਰ੍ਹਾਂ ਦੀ ਹੈ, ਜਿਹੜੀ ਜਠਰ ਅਗਨੀ ਹੈ, ਬੜਵਾ ਅਗਨੀ ਹੈ, ਅਗਨੀ ਕਈ ਪ੍ਰਕਾਰ ਦੀ ਹੈ। ਤੁਸੀਂ ਦੋ ਪੱਥਰ ਆਪਸ ਵਿੱਚ ਟਕਰਾਓਗੇ ਤੇ ਅੱਗ ਤੇ ਉਹਦੇ ਵਿੱਚੋਂ ਵੀ ਨਿਕਲਦੀ ਹੈ। ਜਿਹੜੀ ਲੱਕੜ ਹੈ ਉਸ ਲੱਕੜ ਦੇ ਵਿੱਚ ਵੀ ਅੱਗ ਹੈ, ਅਗਨੀ ਹੈ ਉਸ ਲੱਕੜ ਵਿੱਚ, ਪਰ ਜਦੋਂ ਆਪਾਂ ਲੱਕੜ ਦੇਖਾਂਗੇ ਤੇ ਕੁਝ ਵੀ ਨਹੀਂ ਨਜ਼ਰ ਆਉਂਦਾ। ਪਰ ਮਾੜਾ ਜਿਹਾ ਅੱਗ ਦੇ ਕੋਲ ਲੈ ਜਾ ਕੇ ਵੇਖੋ ਕਿਵੇਂ ਉਹ ਲੱਕੜ ਜਿਹੜੀ ਆ ਉਹਦੇ ਅੰਦਰੋਂ ਅੱਗ ਦੇ ਭਾਂਬੜ ਬਲਦੇ ਆ। ਕਿਉਂ? ਕਿਉਂਕਿ ਉਹਦੇ ਵਿੱਚ ਅਗਨੀ ਵਸਦੀ ਹੈ। ਜਿਹੜੀ ਦਾਵਾ ਅਗਨੀ ਹੈ, ਜੰਗਲ ਦੀ ਅੱਗ, ਜਦੋਂ ਆਪਸ ਦੇ ਵਿੱਚ ਟਕਰਾਅ ਹੁੰਦਾ ਹੈ ਜੰਗਲਾਂ ਦੇ ਵਿੱਚ ਤੇ ਕਈ ਵਾਰ ਜੰਗਲ ਨੂੰ ਅੱਗ ਲੱਗ ਜਾਂਦੀ ਹੈ। ਉਹ ਕਿਉਂ ਲੱਗ ਜਾਂਦੀ ਹੈ? ਕਿਉਂਕਿ ਉਹਦੇ ਵਿੱਚ ਅੱਗ ਭਰੀ ਪਈ ਹੈ। ਇੱਕ ਸਾਡੇ ਪੇਟ ਦੀ ਅਗਨੀ ਹੈ, ਉਹ ਅਗਨੀ ਇਸ ਭੋਜਨ ਨੂੰ ਪਚਾਉਣ ਦਾ ਕੰਮ ਕਰਦੀ ਹੈ। ਇੱਕ ਬਾਹਰ ਦੀ ਅਗਨੀ ਹੈ, ਤ੍ਰੈ ਗੁਣੀ ਮਾਇਆ ਦੀ, ਕਹਿੰਦੇ ਇਹ ਵੀ ਅਗਨੀ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਹੈ, ਖੇਲ ਰਚਾਇਆ। ਕਹਿੰਦੇ ਨੇ ਕਰਤੇ ਨੇ ਖੇਲ ਰਚਾਇਆ ਹੈ, ਉਹਨੇ ਅੱਗ ਸਾਰਿਆਂ ਦੇ ਵਿੱਚ ਰੱਖੀ ਹੈ। ਉਹਨੇ ਇਸ ਲੱਕੜ ਦੇ ਵਿੱਚ ਵੀ ਅੱਗ, ਬਨਸਪਤੀ ਦੇ ਵਿੱਚ ਵੀ ਉਹਨੇ ਅੱਗ। ਕਈ ਵਾਰ ਆਪਾਂ ਵੇਖਿਆ ਕਿ ਜਵਾਲਾਮੁਖੀ ਫਟਦੀ ਹੈ, ਜਦੋਂ ਜਵਾਲਾਮੁਖੀ ਫਟਦੀ ਹੈ ਤੇ ਉਹ ਧਰਤੀ ਵਿੱਚੋਂ ਹੀ ਅੱਗ ਜਿਹੜੀ ਆ ਉਹ ਨਿਕਲਦੀਆਂ, ਲਾਟਾਂ ਬਲਦੀਆਂ ਨੇ। ਇਹਦਾ ਮਤਲਬ ਧਰਤੀ ਦੇ ਹੇਠਾਂ ਵੀ ਅਗਨੀ ਹੈ। ਜੰਗਲ ਵਿੱਚ ਅੱਗ ਲੱਗ ਜਾਂਦੀ ਹੈ, ਲੱਕੜਾਂ ਦੇ ਵਿੱਚ ਅੱਗ ਭਰੀ ਪਈ ਹੈ। ਸਾਡੇ ਪੇਟ ਦੇ ਵਿੱਚ ਜਿਹੜੇ ਭੋਜਨ ਨੂੰ ਪਚਾਉਣ ਵਾਲੀ ਅਗਨੀ, ਜਾਂ ਜਿਹੜੇ ਸਾਡੇ 5 ਤੱਤਾਂ ਦਾ ਸਰੀਰ ਹੈ ਉਹਦੇ ਵਿੱਚੋਂ ਇੱਕ ਤੱਤ ਅਗਨੀ ਦਾ ਵੀ ਹੈ। ਪਰ ਕਰਤੇ ਦੀ ਖੇਡ ਵੇਖੋ, ਪਾਣੀ ਦਾ ਤੇ ਅੱਗ ਦਾ ਕਦੇ ਸੁਮੇਲ ਨਹੀਂ ਹੋ ਸਕਦਾ, ਕਦੇ ਨਹੀਂ ਹੋ ਸਕਦਾ। ਜਿੱਥੇ ਅੱਗ ਹੈ ਉੱਥੇ ਪਾਣੀ ਨਹੀਂ, ਜਿੱਥੇ ਪਾਣੀ ਹੈ ਉੱਥੇ ਅੱਗ ਨਹੀਂ, ਦੋਵਾਂ ਦਾ ਸੁਮੇਲ ਨਹੀਂ ਹੈ। ਪਰ ਕਰਤੇ ਨੇ ਕੁਦਰਤ ਨੂੰ ਜਦੋਂ ਸਾਜਿਆ ਉਹਨੇ ਪਾਣੀ ਤੇ ਅੱਗ ਨੂੰ ਇਕੱਠਾ ਕਰ ਦਿੱਤਾ। ਸਾਡੇ 5 ਤੱਤਾਂ ਰੂਪੀ ਸਰੀਰ ਵਿੱਚ ਅਗਨੀ ਵੀ ਹੈ, ਔਰ ਇਸ 5 ਤੱਤਾਂ ਦੇ ਰੂਪ ਦੇ ਵਿੱਚ ਦੂਸਰਾ ਪਾਣੀ ਵੀ ਹੈ। ਪਰ ਪਾਣੀ ਵੀ ਕੰਮ ਕਰ ਰਿਹਾ ਤੇ ਅਗਨੀ ਵੀ ਕੰਮ ਕਰ ਰਹੀ ਹੈ। ਸਰੀਰ ਦੇ ਵਿੱਚ ਅਗਨੀ ਆਪਣੀ ਜਗ੍ਹਾ ਕੰਮ ਕਰ ਰਹੀ ਹੈ, ਪਾਣੀ ਭਾਵ ਜਿਹੜਾ ਬਲੱਡ ਹੈ ਸਾਡਾ ਉਹ ਆਪਣੀ ਜਗ੍ਹਾ ਕੰਮ ਕਰ ਰਿਹਾ ਹੈ, ਕਿਉਂਕਿ ਕਰਤੇ ਨੇ ਕੁਦਰਤ ਨੂੰ ਸਾਜਿਆ ਹੀ ਇਸ ਢੰਗ ਦੇ ਨਾਲ ਹੈ। ਇਸ ਬਨਸਪਤੀ ਵਿੱਚ, ਰੁੱਖਾਂ ਵਿੱਚ ਵੀ ਅਗਨੀ ਹੈ, ਪਰ ਕਰਤੇ ਨੇ ਉਹਨੂੰ ਸਾਜਿਆ ਹੀ ਇਸ ਢੰਗ ਦੇ ਨਾਲ ਹੈ, ਕਿਉਂਕਿ ਰੁੱਖ ਜਿਹੜੇ ਪਾਣੀ ਤੋਂ ਬਿਨਾਂ ਤਿਆਰ ਹੀ ਨਹੀਂ ਹੋ ਸਕਦੇ। ਜਿੰਨਾ ਚਿਰ ਅਸੀਂ ਬੀਜ ਵਿੱਚ ਪਾਣੀ ਨਹੀਂ ਪਾਵਾਂਗੇ, ਉਹਦੀਆਂ ਜੜ੍ਹਾਂ ਵਿੱਚ ਪਾਣੀ ਨਹੀਂ ਪਾਵਾਂਗੇ, ਉਹ ਰੁੱਖ ਹਰਿਆ ਭਰਿਆ ਰਹਿ ਹੀ ਨਹੀਂ ਸਕਦਾ। ਪਰ ਦੇਖਾਂਗੇ ਤੇ ਰੁੱਖ ਵਿੱਚ ਅੱਗ ਭਰੀ ਪਈ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਾ ਕੇ ਦੇਖ ਕੁਦਰਤ ਕਿਵੇਂ ਕੰਮ ਕਰਦੀ ਹੈ, ਕੁਦਰਤ ਵਿੱਚ ਕਾਦਰ ਕਿਵੇਂ ਕੰਮ ਕਰ ਰਿਹਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਦਸਤਗੀਰ ਨੇ ਪੁੱਛਿਆ ਸੀ
ਤੁਸੀਂ ਕਹਿੰਦੇ ਹੋ ਕਿ ਇਹ ਉਹ ਖੁਦਾ ਹਰ ਇੱਕ ਦੇ ਹਿਰਦੇ ਵਿੱਚ ਹੈ, ਅਸੀਂ ਕਹਿੰਦੇ ਹਾਂ ਸੱਤਵੇਂ ਆਕਾਸ਼ ਤੇ ਹੈ। ਤੁਸੀਂ ਕਹਿੰਦੇ ਹੋ ਵੀ ਖੁਦਾ ਹਰ ਇੱਕ ਦੇ ਅੰਦਰ ਹੈ, ਤੇ ਜੇ ਉਹ ਸਾਰਿਆਂ ਦੇ ਅੰਦਰ ਵਸਦਾ ਹੈ ਤਾਂ ਦਿਸਦਾ ਕਿਉਂ ਨਹੀਂ? ਤੇ ਜੇ ਉਹ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ ਤੇ ਫਿਰ ਉਹ ਕਰਦਾ ਕੀ ਹੈ? ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਉਹ ਬੜੀ ਵਾਰ ਆਪਾਂ ਵਿਚਾਰਾਂ ਸੁਣੀਆਂ ਨੇ, ਕਿ ਗੁਰੂ ਸਾਹਿਬ ਨੇ ਆਖਿਆ ਸੀ ਦੁੱਧ ਵਿੱਚ ਮੱਖਣ ਹੈ, ਤੇ ਦਸਤਗੀਰ ਨੇ ਆਖਿਆ ਸੀ ਹਾਂ। ਮਹਾਰਾਜ ਕਹਿੰਦੇ ਮੈਨੂੰ ਤੇ ਦਿਸਦਾ ਨਹੀਂ, ਮੈਨੂੰ ਤੇ ਦੁੱਧ ਹੀ ਦਿਸਦਾ। ਕਹਿਣ ਲੱਗਾ ਨਹੀਂ, ਜੁਗਤੀ ਵਰਤਣੀ ਪੈਣੀ ਆ, ਇਹਨੂੰ ਜਾਗ ਲਾ ਕੇ ਰਿੜਕਣਾ ਪਏਗਾ ਤਾਂ ਜਾ ਕੇ ਇਹਦੇ ਵਿੱਚੋਂ ਮੱਖਣ ਬਾਹਰ ਆਏਗਾ। ਪਰ ਹੈ, ਸਾਹਿਬ ਕਹਿੰਦੇ ਮੈਨੂੰ ਨਹੀਂ ਦਿਸਦਾ, ਤੂੰ ਕਹਿੰਦਾ ਮੱਖਣ ਹੈ, ਪਰ ਉਹਨੂੰ ਜੁਗਤੀ ਨਾਲ ਪ੍ਰਗਟ ਕਰਨਾ ਪਏਗਾ। ਸਾਹਿਬ ਕਹਿੰਦੇ ਬਸ ਇਸੇ ਤਰ੍ਹਾਂ ਖੁਦਾ ਸਭਨਾਂ ਦੇ ਅੰਦਰ ਹੈ, ਪਰ ਉਹਨੂੰ ਜੁਗਤੀ ਨਾਲ ਪ੍ਰਗਟ ਕਰਨਾ ਪੈਂਦਾ ਹੈ। ਉਹ ਅਸੀਂ ਹੁਣ ਜਦੋਂ ਗੱਲ ਜੁਗਤੀ ਦੀ ਆਈ ਨਾ, ਤੇ ਲੋਕ ਭੱਜ ਪਏ। ਕੋਈ ਕਹਿੰਦਾ ਜੰਗਲ ਜਾ ਕੇ ਬੈਠ ਜਾਓ, ਰੱਬ ਪ੍ਰਗਟ ਹੋ ਜਾਏਗਾ। ਕੋਈ ਕਹਿੰਦਾ ਪਹਾੜ ਦੀ ਚੋਟੀ ਤੇ ਬਹਿ ਜਾਓ, ਰੱਬ ਪ੍ਰਗਟ ਹੋ ਜਾਏਗਾ। ਕੋਈ ਕਹਿੰਦਾ ਕੰਨਾਂ 'ਚ ਮੁੰਦਰਾਂ ਪਾ ਲਓ, ਰੱਬ ਪ੍ਰਗਟ। ਮਹਾਰਾਜ ਕਹਿੰਦੇ ਆਹ ਜੁਗਤੀ ਨਹੀਂ ਸੀ। ਗੁਰ ਕਿਰਪਾ ਜਹ ਨਰ ਕੋ ਕੀ ਨਹੀਂ ਤੇ ਇਹ ਜੁਗਤ ਪਛਾਨੀ। ਜਿਹਦੇ ਉੱਤੇ ਸੱਚੇ ਗਿਆਨ ਰੂਪੀ ਗੁਰੂ ਦੀ ਕਿਰਪਾ ਹੋਈ, ਉਹਨੇ ਜੁਗਤੀ ਨਾਲ ਅੰਦਰੋਂ ਪ੍ਰਗਟ ਕੀਤਾ। ਅਸੀਂ ਤੇ ਜੰਗਲ 'ਚੋਂ ਪ੍ਰਗਟ ਕਰਨ ਲਈ ਤੁਰ ਪਏ, ਅਸੀਂ ਪਹਾੜਾਂ 'ਚੋਂ ਉਹਨੂੰ ਪ੍ਰਗਟ ਕਰਨ ਵਾਸਤੇ ਤੁਰ ਪਏ, ਪਰ ਜਦ ਕਿ ਪ੍ਰਗਟ ਤਾਂ ਉਹਨੇ ਸਾਡੇ ਅੰਦਰੋਂ ਹੀ ਹੋਣਾ ਸੀ। ਇਹ ਜੁਗਤੀ ਸੀ ਕਿ ਉਹਨੂੰ ਅੰਦਰੋਂ ਕਿਵੇਂ ਪ੍ਰਗਟ ਕਰਨਾ। ਕਹਿਣ ਲੱਗੇ ਅੰਦਰ ਪ੍ਰੇਮ ਦਾ ਜਾਗ ਲਾਓ। ਪ੍ਰੇਮ ਦਾ ਜਾਗ ਕਿਹਨੂੰ ਲਾਉਣਾ? ਕਹਿੰਦੇ ਨੇ ਜਿਹੜਾ ਆ ਗੁਰਮਤ ਗੁਰਬਾਣੀ ਰੂਪੀ ਦੁੱਧ ਤੁਹਾਨੂੰ, ਕਿਉਂਕਿ ਦੁੱਧ 'ਚੋਂ ਹੀ ਮੱਖਣ ਨਿਕਲਣਾ। ਆ ਜਿਹੜੀ ਗੁਰਬਾਣੀ ਹੈ ਇਹ ਦੁੱਧ ਹੈ। ਇਸ ਗੁਰਬਾਣੀ ਰੂਪੀ ਦੁੱਧ ਨੂੰ ਲੈ ਕੇ ਆਪਣੇ ਅੰਦਰ ਪ੍ਰੇਮ ਦਾ ਜਾਗ ਲਾਓ। ਜਿਵੇਂ ਜਿਵੇਂ ਗੁਰਬਾਣੀ ਨੂੰ ਰਿੜਕੋਗੇ, ਭਾਵ ਜਿਵੇਂ ਜਿਵੇਂ ਗੁਰਬਾਣੀ ਦਾ ਪ੍ਰੇਮ ਨਾਲ ਪਿਆਰ ਨਾਲ ਭਿੱਜ ਕੇ ਅਭਿਆਸ ਕਰੋਗੇ, ਜਿਵੇਂ ਜਿਵੇਂ ਅਭਿਆਸ ਗੁਰਬਾਣੀ ਦਾ ਕਰਦੇ ਜਾਓਗੇ, ਤਿਵੇਂ ਤਿਵੇਂ ਉਹ ਮੱਖਣ ਰੂਪੀ ਪਰਮੇਸ਼ਵਰ ਪ੍ਰਗਟ ਹੋ ਜਾਏਗਾ। ਕਿਉਂਕਿ ਉਹ ਮੱਖਣ ਰੂਪ ਹੈ ਜਿਹਨੇ ਪਰ ਤੱਤ ਤੇ ਉਹਦੇ ਵਿੱਚ ਹੀ ਹੁੰਦਾ ਨਾ ਸਾਰਾ। ਜਦੋਂ ਰਿੜਕਦੇ ਆ ਮੱਖਣ ਵੱਖਰਾ ਹੋ ਜਾਏ ਤੇ ਫਿਰ ਪਿੱਛੇ ਕੀ ਰਹਿ ਜਾਂਦਾ? ਲੱਸੀ। ਸਾਰਾ ਤੱਤ ਤੇ ਮੱਖਣ ਵਿੱਚ ਆ ਜਾਂਦਾ। ਤਾਂ ਹੀ ਤੇ ਆਖਿਆ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਜਿਹੜੇ ਇਹ ਮਾਇਆਧਾਰੀ ਲੋਕ ਨੇ, ਜਿਨ੍ਹਾਂ ਨੂੰ ਅੰਨਾ ਤੇ ਬੋਲਾ ਗਿਆ, ਇਹਨਾਂ ਦੇ ਪੱਲੇ ਤੇ ਲੱਸੀ ਆਉਂਦੀ ਹੈ। ਲੱਸੀ ਦਾ ਮਤਲਬ ਇਹ ਤੇ ਸਿਰਫ ਕੱਚੀ ਬਾਣੀ ਤੇ ਡੁੱਲ ਜਾਣ ਵਾਲੇ ਨੇ। ਜਿਹੜੀ ਸੱਚੀ ਬਾਣੀ ਵਾਲਾ ਮੱਖਣ ਰੂਪੀ ਤੱਤ ਸੀ, ਉਹ ਤਾਂ ਉਹਦਾ ਰੱਬ ਦੇ ਪਿਆਰਿਆਂ ਨੇ ਖਾ ਲਿਆ। ਸੰਤੋ ਮੱਖਣ ਖਾਇਆ। ਸੰਤੋ ਦਾ ਅਰਥ ਆ ਸਤ ਸੰਗੀ ਜਨ, ਗੁਰਮੁਖ ਜਨ, ਰੱਬ ਦੇ ਪਿਆਰੇ, ਨਾਮ ਦੇ ਰਸੀਏ। ਆ ਮੱਖਣ ਖਾਣ ਵਾਲੇ ਆ ਬੈਠੇ ਆ। ਛਾਛ ਪੀਏ ਸੰਸਾਰ। ਤੇ ਜਿਹੜੇ ਸੰਸਾਰੀ ਲੋਕ ਸਨ, ਉਹ ਛਾਛ ਭਾਵ ਲੱਸੀ ਉਹਨਾਂ ਦੇ ਹੱਥ ਆਈ ਤੇ ਉਹਦੇ ਵਿੱਚ ਤੱਤ ਕੋਈ ਨਹੀਂ ਸੀ। ਤਾਂ ਹੀ ਤੇ ਗੁਰੂ ਸਾਹਿਬ ਨੇ ਕਹਿਣਾ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਉਹ ਜਿਹੜਾ ਕਹਿੰਦੇ ਸੁਣਦੇ ਕੱਚੇ ਸਨ, ਉਹਨਾਂ ਦੇ ਪੱਲੇ ਲੱਸੀ ਹੋਈ ਆਈ ਤੇ ਉਹਦੇ ਵਿੱਚ ਤੱਤ ਕੋਈ ਨਹੀਂ ਸੀ। ਇਹ ਬੜੀਆਂ ਬਰੀਕੀ ਦੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ ਗੁਰਬਾਣੀ ਵਿੱਚੋਂ। ਸਾਹਿਬ ਕਹਿੰਦੇ ਦੁੱਧ ਲਓ ਗੁਰਬਾਣੀ ਦਾ, ਇਹਨੂੰ ਅੰਦਰ ਜਾਗ ਲਾਓ ਪ੍ਰੇਮ ਦਾ, ਫਿਰ ਇਸ ਗੁਰਬਾਣੀ ਦੇ ਦੁੱਧ ਨੂੰ ਰਿੜਕੋ। ਰਿੜਕੋ ਦਾ ਅਰਥ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਨਿਤ ਉੱਠ ਕੇ ਨਿਤਨੇਮ ਦਾ ਅਭਿਆਸ ਕਰੋ। ਇਹਨੂੰ ਰਿੜਕੋ ਪ੍ਰੇਮ ਨਾਲ। ਜਿਵੇਂ ਜਿਵੇਂ ਰਿੜਕਦੇ ਜਾਓਗੇ, ਜਿਵੇਂ ਜਿਵੇਂ ਨਿਤਨੇਮ ਵਿੱਚ ਪ੍ਰੇਮ ਲਿਆਂਦਾ ਜਾਂਦਾ ਜਾਓਗੇ, ਤਿਵੇਂ ਤਿਵੇਂ ਉਹ ਇੱਕ ਦਿਨ ਪ੍ਰਗਟ ਹੋ ਜਾਏਗਾ। ਫਿਰ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਮੱਖਣ ਪ੍ਰਗਟ ਹੋਇਆ, ਉਹ ਵੀ ਪ੍ਰਗਟ ਹੋ ਜਾਏਗਾ। ਫਿਰ ਦਸਤਗੀਰ ਕਹਿੰਦਾ ਵੀ ਉਹ ਕਰਦਾ ਕੀ ਹੈ? ਕੁਦਰਤ ਵਿੱਚ ਵਸ ਕੇ ਕਾਦਰ। ਮਹਾਰਾਜ ਕਹਿੰਦੇ ਤੂੰ ਸਵਾਲ ਕਰ ਰਿਹਾ, ਮੈਂ ਜਵਾਬ ਦੇ ਰਿਹਾ। ਤੂੰ ਆਸਨ ਤੇ ਬੈਠਾ, ਮੈਂ ਥੱਲੇ ਖਲੋਤਾ, ਗੱਲ ਨਹੀਂ ਬਣਦੀ। ਮਹਾਰਾਜ ਕਹਿੰਦੇ ਆਸਨ ਛੱਡ ਕੇ ਥੱਲੇ ਆ ਗਿਆ ਤੇ ਕਹਿੰਦਾ ਲਓ ਤੁਸੀਂ ਆਸਨ ਤੇ ਬੈਠ ਕੇ ਜਵਾਬ ਦਿਓ। ਤੇ ਮਹਾਰਾਜ ਕਹਿੰਦੇ ਬਸ ਇਹੀ ਖੇਡ ਉਹ ਵਰਤਾਉਂਦਾ ਹੈ। ਕਹਿੰਦੇ ਤਖਤ ਵਾਲੇ ਨੂੰ ਥੱਲੇ ਲਿਆਂਦਾ ਹੈ ਤੇ ਥੱਲੇ ਵਾਲੇ ਨੂੰ ਤਖਤਾਂ ਤੇ ਬਿਠਾ ਦਿੰਦਾ ਹੈ। ਬਸ ਇਹ ਕਾਦਰ ਦੀ ਖੇਡ ਹੈ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਉਹਦੀ ਖੇਡ ਹੈ। ਜੇ ਸਿੱਧੀ ਨਜ਼ਰ ਹੋ ਜਾਏ ਤਾਂ ਇੱਕ ਨਿੱਕੇ ਜਿਹੇ ਕੀੜੇ ਨੂੰ ਵੀ ਚੁੱਕ ਕੇ ਪਾਤਸ਼ਾਹ ਦੀ ਗੱਦੀ ਤੇ ਬਿਠਾ ਦਿੰਦਾ ਹੈ, ਤੇ ਜੇ ਨਜ਼ਰ ਉਹ ਪੱਠੀ ਹੋ ਜਾਏ ਤੇ ਪਾਤਸ਼ਾਹ ਦੀ ਗੱਦੀ ਤੋਂ ਵੀ ਚੁੱਕ ਕੇ ਤੇ ਇੱਕ ਨਿੱਕੀ ਜਿਹੀ ਕੀੜੀ ਦੀ ਥਾਂ ਤੇ ਲੈ ਆਉਂਦਾ ਹੈ। ਇਹੀ ਤੇ ਉਹ ਕਾਦਰ ਕਰਦਾ ਹੈ। ਇਸ ਲਈ ਇਸੇ ਤਰ੍ਹਾਂ ਮਹਾਰਾਜ ਨੇ ਇਹਨਾਂ ਲੋਕਾਂ ਨੂੰ ਵੀ ਸਮਝਾਇਆ। ਸਾਹਿਬ ਕਹਿੰਦੇ ਜਦੋਂ ਤੂੰ ਬੂਟਾ ਪੁੱਟੇਗਾ ਨਾ, ਉਹਦੇ ਵਿੱਚੋਂ ਦੇਖੀ ਤੂੰ ਤਾਂ ਬੀਜ ਪਾਇਆ ਸੀ, ਤੇ ਜਦੋਂ ਬੀਜ ਪਾਇਆ ਸੀ ਉਹ ਪੁੰਗਰ ਕਿਵੇਂ ਗਿਆ, ਤੇ ਉਹ ਪੁੰਗਰ ਕੇ ਬੂਟਾ ਬਣਿਆ, ਬੂਟੇ ਨੂੰ ਅੱਗੇ ਫਿਰ ਫਲ ਲੱਗਣਾ ਹੈ। ਇਹ ਸਾਰੀ ਹਰਕਤ ਕਰ ਕੌਣ ਰਿਹਾ ਹੈ? ਹੁਣ ਬੱਚੇ ਦਾ ਆਪਾਂ ਸਾਰਿਆਂ ਦਾ ਹੀ ਜਨਮ ਹੋਇਆ, ਤੇ ਜਦੋਂ ਜਨਮ ਹੋਇਆ ਸੀ ਉਦੋਂ ਸਾਡਾ ਭਾਰ ਕਿੰਨਾ ਕੁ ਸੀ? ਜਦੋਂ ਆਪਾਂ ਜੰਮੇ ਸਾਂ ਉਦੋਂ ਕਿੰਨਾ ਕੁ ਆਕਾਰ ਸੀ ਸਾਡੇ ਸਰੀਰ ਦਾ? ਤੇ ਜਿਵੇਂ ਜਿਵੇਂ ਅਸੀਂ ਉਮਰ ਕਰਕੇ ਵੱਡੇ ਹੁੰਦੇ ਜਾਂਦੇ ਹਾਂ, ਅੱਜ ਸਾਡਾ ਸਰੀਰ ਦਾ ਆਕਾਰ ਕਿੰਨਾ ਵੱਡਾ ਹੋ ਗਿਆ। ਇਹ ਕਿਵੇਂ ਹੋਇਆ? ਕਿਉਂਕਿ ਇਸ ਕੁਦਰਤ ਵਿੱਚ ਕਾਦਰ ਕੰਮ ਕਰ ਰਿਹਾ ਹੈ। ਤੇ ਜੇ ਇਹ ਵੀ ਕੁਦਰਤ ਹੈ, ਇਹ ਸਰੀਰ ਜਿਹੜਾ ਇਹ ਕੁਦਰਤ ਹੈ, ਤੇ ਜੇ ਇਸ ਕੁਦਰਤ ਵਿੱਚੋਂ ਕਾਦਰ ਨਿਕਲ ਗਿਆ ਨਾ, ਤੇ ਫਿਰ ਇਹ ਸਰੀਰ ਹਰਕਤ ਕਰਨਾ ਬੰਦ ਕਰ ਦੇਗਾ। ਫਿਰ ਕੰਨ ਦੇ ਪਰਦੇ ਵੀ ਖੁੱਲੇ ਰਹਿ ਜਾਣਗੇ, ਤੇ ਅੱਖਾਂ ਦੀਆਂ ਪੁਤਲੀਆਂ ਵੀ ਖੁੱਲੀਆਂ ਰਹਿ ਜਾਣਗੀਆਂ, ਫਿਰ ਮੂੰਹ ਵੀ ਖੁੱਲਾ ਰਹਿ ਜਾਏਗਾ, ਤੇ ਹੱਥ ਵੀ ਖੁੱਲਾ ਰਹਿ ਜਾਏਗਾ, ਕਿਉਂਕਿ ਵਿੱਚੋਂ ਕਾਦਰ ਹੀ ਨਿਕਲ ਗਿਆ। ਇਹ ਕੁਦਰਤ ਵਿੱਚ ਕਾਦਰ ਕੰਮ ਕਰ ਰਿਹਾ, ਉਹਨੂੰ ਮਹਿਸੂਸ ਕਰਨਾ ਹੈ ਕਿ ਤੂੰ ਹੈ, ਤੂੰ ਹੈ। ਉਹ ਕਿਵੇਂ ਕਰਾਂਗੇ? ਜਦੋਂ ਗੁਰੂ ਸਾਹਿਬ ਜੀ ਦੀ ਜੁਗਤੀ ਸਾਨੂੰ ਮਿਲੇਗੀ। ਮਹਾਰਾਜ ਕਹਿੰਦੇ ਜਾ ਕੇ ਬੂਟਾ ਪੁੱਟ ਕੇ ਵੇਖ, ਸਾਰੀ ਸਮਝ ਆ ਜਾਏਗੀ। ਉਹ ਪਤਾ ਦੱਸ ਦਿੱਤਾ ਮਹਾਰਾਜ ਨੇ ਕਿ ਕੁਦਰਤ ਵਿੱਚ ਰਹਿ ਕੇ ਕਾਦਰ ਸਭਨਾਂ ਵਿੱਚ ਕਿਵੇਂ ਵਰਤ ਰਿਹਾ। ਕਹਿੰਦੇ ਜਦੋਂ ਇਹਨੇ ਦੇਖਿਆ, ਸਭ ਲੋਕ ਹੇਰਨ ਹੇਤ ਦੌੜੇ, ਸਾਰੇ ਲੋਕ ਵੀ ਉੱਥੇ ਦੇਖਣ ਲਈ ਆਏ, ਸਾਰੇ ਵੇਖ ਕੇ ਹੈਰਾਨ ਹੋ ਰਹੇ ਹਨ। ਖੇਰ ਖੇਰ ਅਚਰਜ ਮਨੈ ਅਗਨ ਪਰ ਪਿਠ ਖੇਤ। ਕਹਿੰਦੇ ਸਾਰੇ ਹੀ ਹੈਰਾਨ ਹੋ ਰਹੇ ਨੇ ਕਿ ਇੱਕ ਅਗਨੀ, ਕਿਉਂਕਿ ਧਰਤੀ ਦੇ ਹੇਠਾਂ ਵੀ ਅਗਨੀ ਹੈ ਨਾ, ਧਰਤੀ ਦੇ ਹੇਠਾਂ ਵੀ ਅਗਨੀ ਹੈ। ਕਹਿੰਦੇ ਨੇ ਇਸ ਅਗਨੀ ਉੱਤੇ ਵੀ ਬਨਸਪਤੀ ਉਸ ਮਾਲਕ ਨੇ ਬਣਾ ਦਿੱਤੀ। ਇਹ ਬਨਸਪਤੀ ਜਿਹੜੀ ਆ ਪੈਦਾ ਕਰ ਦਿੱਤੀ, ਇਸ ਮਿੱਟੀ ਵਿੱਚੋਂ ਵੀ ਇਹ ਸਾਰੀ ਫਸਲ ਪੈਦਾ ਕਰ ਦਿੱਤੀ ਜੋ ਅਗਨੀ ਦਾ ਰੂਪ ਹੈ। ਜੈ ਸ਼ੁਭਤ ਜਰਗੀ ਦਰ ਦਰ ਸਭ ਖਰੀ ਪੈ ਕਹਿ ਹੇਤ। ਕਹਿੰਦੇ ਨੇ ਦੇਖੋ ਉਸ ਕਾਦਰ ਦੀ ਖੇਡ, ਇਹ ਕੈਸੀ ਹਰੀ ਭਰੀ ਇਹ ਫਸਲ ਹੋਈ ਪਈ ਹੈ। ਹੋਈ ਭਾਵੇਂ ਬਰਸਾਤ ਦੇ ਪਾਣੀ ਦੇ ਨਾਲ ਹੈ, ਪਰ ਜੇ ਥੱਲੇ ਵੇਖਾਂਗੇ ਤੇ ਅਗਨੀ ਹੈ। ਕਹਿੰਦੇ ਨੇ ਕੈਸੀ ਉਸ ਕਰਤੇ ਦੀ ਖੇਡ ਹੈ। ਕਰਤਾਰ ਕੁਦਰਤ ਅਤਬਲ ਸਟੈ ਕੀਨ ਅਚਰਜ ਬਾਤ। ਕਹਿੰਦੇ ਨੇ ਉਹ ਕਰਤਾਰ ਕੁਦਰਤ, ਕਰਤਾ ਜਿਹੜਾ ਉਹ ਤਾਂ ਕੁਦਰਤ ਦੇ ਵਿੱਚ ਵਰਤ ਕੇ ਇਹ ਸਾਰੀ ਖੇਡ ਜਿਹੜੀ ਆ ਉਹ ਬਣਾ ਰਿਹਾ ਹੈ। ਹੁਣ ਤੁਸੀਂ ਚਲੋ ਬਹੁਤਾ ਦੂਰ ਨਾ ਜਾਈਏ, ਆਪਾਂ ਜਿਸ ਧਰਤੀ ਉੱਤੇ ਰਹਿ ਰਹੇ ਹਾਂ, ਇਹ ਤਾਂ ਬੱਚੇ ਨੂੰ ਵੀ ਪਤਾ ਨਾ ਧਰਤੀ ਘੁੰਮ ਰਹੀ ਹੈ, ਆਸਮਾਨ ਨਹੀਂ ਘੁੰਮ ਰਿਹਾ, ਸੂਰਜ ਤੇ ਚੰਦਰਮਾ ਨਹੀਂ ਘੁੰਮ ਰਿਹਾ। ਉਹ ਸਾਨੂੰ ਲੱਗ ਰਿਹਾ ਵੀ ਉਹ ਇਹੀ ਤੇ ਮਾਇਆ। ਅਸੀਂ ਜਿਹੜੀ ਅੱਖ ਨਾਲ ਵੇਖ ਰਹੇ ਹਾਂ, ਅਸੀਂ ਕਹਿੰਦੇ ਹਾਂ ਸੂਰਜ ਇੱਧਰੋਂ ਜਿਹੜਾ ਸੀ ਉਹ ਉੱਗਿਆ ਤੇ ਇੱਧਰੋਂ ਆ ਕੇ ਕਹਿੰਦੇ ਨੇ ਛੁਪ ਗਿਆ, ਇੱਧਰੋਂ ਚੜਿਆ ਤੇ ਇੱਧਰੋਂ ਅਸਤ ਹੋ ਗਿਆ। ਇਹ ਸਾਨੂੰ ਲੱਗਦਾ ਨਾ, ਪਰ ਸੂਰਜ ਤਾਂ ਆਪਣੀ ਜਗ੍ਹਾ ਤੇ ਹੈ, ਚੰਦਰਮਾ ਵੀ ਆਪਣੀ ਜਗ੍ਹਾ ਤੇ ਹੈ, ਤਾਰੇ ਗ੍ਰਹਿ ਸਾਰੇ ਆਪਣੀ ਜਗ੍ਹਾ ਤੇ ਨੇ। ਫਿਰ ਇਹ ਸੂਰਜ ਸਾਨੂੰ ਚੜ੍ਹਦਾ ਵੀ ਨਜ਼ਰ ਆਇਆ ਤੇ ਦੂਜੇ ਪਾਸੇ ਅਸਤ ਹੁੰਦਾ ਨਜ਼ਰ ਆਇਆ। ਅਸਲ ਵਿੱਚ ਆਸਮਾਨ ਨਹੀਂ ਘੁੰਮ ਰਿਹਾ, ਜਿਸ ਧਰਤੀ ਤੇ ਆ ਇਹ ਧਰਤੀ ਚੱਕਰ ਲਾ ਰਹੀ ਹੈ। ਇਹਦੇ ਅੱਜ ਛੋਟਾ ਛੋਟਾ ਬੱਚਾ ਵੀ ਜਾਣਦਾ ਹੈ, ਵਿਗਿਆਨਕ ਤਲ ਤੇ ਸਾਨੂੰ ਪੜ੍ਹਾਇਆ ਗਿਆ। ਹੁਣ ਇਹ ਧਰਤੀ ਘੁੰਮ ਰਹੀ ਹੈ, ਜਦੋਂ ਇਹਦਾ ਚੱਕਰ ਲੱਗਦਾ ਹੈ ਤੇ ਦਿਨ, ਇਹਦਾ ਚੱਕਰ ਲੱਗਦਾ ਹੈ ਤੇ ਰਾਤ। ਇਸ ਧਰਤੀ ਦੇ ਚੱਕਰ ਦੇ ਉੱਤੇ ਹੀ ਦਿਨ ਰਾਤ ਬਣ ਰਿਹਾ ਹੈ। ਇਸ ਲਈ ਹੁਣ ਇਹ ਧਰਤੀ ਨੂੰ ਕੌਣ ਘੁਮਾ ਰਿਹਾ ਹੈ? ਅਸੀਂ ਤੇ ਆਪਣੇ ਆਪਣੇ ਮਕਾਨ ਪੱਕੇ ਬਣਾ ਕੇ ਇਸ ਜ਼ਮੀਨ ਤੇ ਬੈਠੇ ਹਾਂ, ਪਰ ਸਾਡਾ ਮਕਾਨ ਤੇ ਉੱਥੇ ਦਾ ਉੱਥੇ ਹੀ ਹੈ, ਉਹ ਤੇ ਘੁੰਮਦਾ ਨਹੀਂ। ਉਹ ਇਹ ਤੇ ਨਹੀਂ ਵੀ ਉਹ ਪੂਰਬ ਵੱਲ ਤੇ ਮੁੜ ਕੇ ਸ਼ਾਮ ਨੂੰ ਪੱਛਮ ਵੱਲ ਹੋ ਗਿਆ, ਜਾਂ ਉਹਦਾ ਮੂੰਹ ਉੱਤਰ ਵੱਲ ਸੀ ਤੇ ਰਾਤ ਨੂੰ ਦੱਖਣ ਵਾਲੇ ਪਾਸੇ ਹੋ ਗਿਆ, ਉਹ ਤੇ ਉੱਥੇ ਹੀ ਹੈ, ਪਰ ਧਰਤੀ ਘੁੰਮ ਰਹੀ ਹੈ।
ਉਹ ਚੱਕਰ ਲਾ ਰਹੀ ਹੈ ਧਰਤੀ, ਪਰ ਉਹ ਕਿਹਦੇ ਆਸਰੇ ਤੇ ਹੈ? ਉਸ ਧਰਤੀ ਨੂੰ ਕੌਣ ਚੱਕਰ ਲਵਾ ਰਿਹਾ ਹੈ? ਉਹ ਤੇ ਦਿਸਦਾ ਕੋਈ ਨਹੀਂ ਪਿਆ। ਇਹਦਾ ਮਤਲਬ ਉਹ ਕਾਦਰ ਹੈ ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿਹਰ ਨਹੀਂ, ਜਿਹਦੀ ਕੋਈ ਸ਼ਕਲ ਨਹੀਂ, ਸੂਰਤ ਨਹੀਂ, ਆਕਾਰ ਨਹੀਂ। ਉਹ ਤੇ ਨਿਰੰਕਾਰ, ਨਿਰ ਪਲਸ ਆਕਾਰ ਤੋਂ ਰਹਿਤ ਹੈ ਉਹ, ਪਰ ਉਹ ਵਰਤ ਸਾਰਿਆਂ ਦੇ ਵਿੱਚ ਰਿਹਾ, ਉਹਨੂੰ ਆਪਾਂ ਮਹਿਸੂਸ ਕਰਨਾ ਹੈ ਬਸ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਉਹ ਸਭਨਾਂ ਵਿੱਚ ਵਰਤ ਰਿਹਾ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਾ ਵਰਤਦਾ ਹੋਵੇ। ਹੈ ਅਗਨ ਉਪਰ ਕਿਸ ਦ੍ਰਿਤ ਗਰੀਬ ਹੋ ਜੈ ਪਾਤ। ਜਿਹਨੇ ਅਗਨੀ ਦੇ ਉੱਤੇ ਵੀ ਇਹ ਕਹਿੰਦੇ ਨੇ ਖੇਤੀ ਜਿਹੜੀ ਤੁਸੀਂ ਕੀਤੀ ਆ, ਇਹ ਜਿਹੜੀ ਫਸਲ ਹਰੀ ਭਰੀ ਹੋਈ ਹੈ, ਇਹ ਉਸ ਕੁਦਰਤ ਦੇ ਹੁਕਮ ਵਿੱਚ ਹੈ। ਕਰਤਾਰ ਬਹੁਰ ਲਕਾਏ ਕੁਦਰਤ ਸਤਨਾਮ ਜਪਾਏ। ਇਸ ਤਰ੍ਹਾਂ ਸਾਰੇ ਆਏ ਵਾਪਸ, ਸਾਰੇ ਆ ਕੇ ਕਹਿੰਦੇ ਆ ਹੁਣ ਸਮਝ ਆਉਣੀ ਸ਼ੁਰੂ ਹੋਈ ਕਿ ਕੁਦਰਤ ਨੂੰ ਸਾਜ ਕੇ ਕਰਤਾ ਆਪ ਵਿੱਚ ਸਮਾ ਗਿਆ, ਔਰ ਤਾਂ ਇਹ ਕੁਦਰਤ ਹਰਕਤ ਕਰ ਰਹੀ ਹੈ। ਤੇ ਜੇ ਉਹ ਕਰਤਾ ਵਿੱਚ ਨਾ ਸਮਾਉਂਦਾ ਤੇ ਇਸ ਕੁਦਰਤ ਨੇ ਹਰਕਤ ਨਹੀਂ ਸੀ ਕਰਨੀ। ਇਹ ਕੁਦਰਤ ਜਿਹੜੀ ਸਾਨੂੰ ਚੱਲਦੀ ਨਜ਼ਰ ਆ ਰਹੀ ਹੈ, ਇਹਨੇ ਚੱਲਣਾ ਨਹੀਂ ਸੀ। ਇਸ ਲਈ ਉਹਨੂੰ ਕਰਤਾ ਪੁਰਖ ਕਹਿੰਦੇ ਆ, ਵੀ ਜੋ ਉਹਨੇ ਕੀਤਾ ਹੈ ਉਹ ਐਡਾ ਵੱਡਾ ਪੁਰਖ ਹੈ ਕਿ ਉਹ ਹਰ ਇੱਕ ਕਣ ਕਣ ਦੇ ਵਿੱਚ ਸਮਾ ਗਿਆ ਹੈ। ਬਸ ਉਹਨੂੰ ਦੇਖਣ ਵਾਸਤੇ ਮਾਇਆਵੀ ਪਰਦਾ ਹਟਾਉਣਾ ਪੈਣਾ ਹੈ। ਉਹ ਮਾਇਆਵੀ ਪਰਦਾ ਆਪਣੇ ਆਪ ਹਟਣਾ ਨਹੀਂ, ਉਹਦੇ ਲਈ ਗੁਰਦੁਆਰਾ ਸਾਹਿਬ ਆਉਣਾ ਪੈਣਾ, ਉਹਦੇ ਲਈ ਗੁਰਬਾਣੀ ਪੜ੍ਹਨੀ ਪੈਣੀ ਹੈ, ਸੁਣਨੀ ਪੈਣੀ ਹੈ, ਗੁਰਬਾਣੀ ਦਾ ਅਭਿਆਸ ਕਰਨਾ ਪੈਣਾ, ਤਾਂ ਇਹ ਪਰਦਾ ਜਦੋਂ ਉੱਠੇਗਾ ਫਿਰ ਸਾਨੂੰ ਕੁਦਰਤ ਨਹੀਂ, ਫਿਰ ਕੁਦਰਤ ਵਿੱਚ ਕਾਦਰ ਵਸਦਾ ਨਜ਼ਰ ਆਏਗਾ। ਫਿਰ ਉੱਥੇ ਕਹਿ ਸਕਦੇ ਹਾਂ, ਜਾਂ ਪੇਖੋਂ ਤੈਂ ਹਜੂਰ ਦੂਰ ਕਤਹੋਂ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਉਹ ਤਾਂ ਸਰਬੱਤਰ ਵਿੱਚ ਸਮਾਇਆ ਹੋਇਆ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਕਰਤਾਰ ਬਹੁਰ ਲਿਖਾਏ ਕੁਦਰਤ ਵਿੱਚ ਕਰਤਾਰ ਨੂੰ ਲਿਖਾਏ ਭਾਵ ਸਮਝਾ ਦਿੱਤਾ, ਜਣਾ ਦਿੱਤਾ। ਫਿਰ ਕੀ ਕੀਤਾ? ਸਤਨਾਮ ਜਪਾਏ। ਮਹਾਰਾਜ ਕਹਿੰਦੇ ਹੁਣ ਟਿਕ ਜਾਓ, ਹੁਣ ਟਿਕ ਕੇ ਇੱਕੋ ਕੰਮ ਕਰੋ, ਜਪ ਮਨ ਸਤਨਾਮ ਸਦਾ ਸਤਨਾਮ। ਹੁਣ ਸੱਚੇ ਦਾ ਨਾਮ ਜਪਣਾ ਹੈ। ਹੁਣ ਕੁਦਰਤ ਵਿੱਚ ਕਾਦਰ ਨੂੰ ਸਿਮਰਨਾ ਹੈ ਆਪਾਂ, ਹੁਣ ਕਰਤੇ ਦੇ ਨਾਮ ਦਾ ਸਿਮਰਨ ਕਰਨਾ ਹੈ। ਸਾਹਿਬ ਜੀ ਨੇ ਸੱਚੇ ਨਾਮ ਦਾ ਜਾਪ ਕਰਵਾਇਆ। ਕਰ ਧਰਮਸ਼ਾਲਾ ਗ੍ਰਾਮ ਗ੍ਰਾਮੇ ਨਾਮਦਾਨ ਦ੍ਰਿੜਾਏ। ਜਿਹੜੀ ਧਰਮਸਾਲ ਬਣਵਾਈ ਆ ਉਹਦੇ ਵਿੱਚ ਮਹਾਰਾਜ ਜੀ ਨੇ ਬਿਠਾ ਕੇ ਇਹਨਾਂ ਨੂੰ ਨਾਮ ਦਾਨ ਇਸ਼ਨਾਨ ਇਹ ਦ੍ਰਿੜ ਕਰਵਾ ਦਿੱਤਾ ਕਿ ਤੁਸੀਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਵੀ ਕਰਨਾ ਹੈ, ਪਰਮੇਸ਼ਵਰ ਦੇ ਨਾਮ ਦਾ ਸਿਮਰਨ ਵੰਡਣਾ ਵੀ ਹੈ, ਔਰ ਇਹਦੇ ਵਿੱਚ ਹੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇਹ ਤੁਸੀਂ ਇਸ਼ਨਾਨ ਨਾਮ ਦੇ ਵਿੱਚ ਰੋਜ਼ ਜੁੜ ਕੇ ਨਾਮ ਇਸ਼ਨਾਨ ਕਰਨਾ ਹੈ। ਤਬ ਕੀਨ ਦੇਸ ਪਵਿੱਤ ਸਗਰੋ ਲਗੇ ਕੀਰਤ ਗਾਨ। ਕਹਿੰਦੇ ਇਹ ਦੇਸ਼ ਮਹਾਰਾਜ ਜੀ ਨੇ ਪਵਿੱਤਰ ਕਰ ਦਿੱਤਾ, ਭਾਵ ਇਹਨਾਂ ਦੇ ਹਿਰਦਿਆਂ ਦੇ ਵਿੱਚ ਜੋ ਮਲੀਨਤਾ ਸੀ ਉਹ ਦੂਰ ਕਰਕੇ ਹਿਰਦੇ ਸ਼ੁੱਧ ਕਰ ਦਿੱਤੇ। ਇਹਨਾਂ ਦੇ ਮਨ ਉਤੇ ਜੋ ਮਲੀਨਤਾ ਸੀ ਉਹਨੂੰ ਦੂਰ ਕਰ ਦਿੱਤਾ। ਧਿਆਨ ਰੱਖਿਓ, ਅਸੀਂ ਪੁਨੀਤ ਹੋਣ ਲਈ ਆਏ ਹਾਂ, ਤੇ ਪੁਨੀਤ ਹੋਣ ਵਾਸਤੇ ਪਹਿਲਾਂ ਸਾਨੂੰ 3 ਵਾਰ ਪਵਿੱਤਰ ਹੋਣਾ ਪੈਣਾ ਹੈ। ਪਵਿੱਤਰ 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 ਪੁਨੀਤ, 3 ਵਾਰ ਪਵਿੱਤਰ ਹੋਵਾਂਗੇ ਤਾਂ ਜਾ ਕੇ। ਜੇ ਅਸੀਂ ਪਵਿੱਤਰ ਹਾਂ ਤੇ ਕਿਸੇ ਵੇਲੇ ਵੀ ਮੈਲੇ ਹੋ ਸਕਦੇ ਹਾਂ, ਖਤਰਾ ਹੈ। ਅਸੀਂ ਕਿਸੇ ਵੇਲੇ ਵੀ ਡੋਲ ਸਕਦੇ ਹਾਂ। ਬੜੇ ਬੜੇ ਧਰਮੀ ਡੋਲ ਗਏ, ਬੜੇ ਬੜੇ ਰਿਸ਼ੀ ਮੁਨੀ ਡੋਲ ਗਏ, ਕਿਉਂਕਿ ਉਹ ਪੁਨੀਤ ਨਹੀਂ ਸੀ ਹੋ ਸਕੇ। ਜਿਹੜੇ ਅੱਜ ਪਵਿੱਤਰ ਨੇ ਕੱਲ ਮੈਲੇ ਵੀ ਹੋ ਸਕਦੇ ਆ। ਜਿਹੜੇ ਅੱਜ ਧਰਮੀ ਲੱਗਦੇ ਆ ਕੱਲ ਨੂੰ ਇਹ ਧਰਮ ਮਰਿਆਦਾ ਤੋਂ ਬਾਹਰ ਵੀ ਹੋ ਸਕਦੇ ਆ। ਪਰ ਜਿਹੜਾ ਪੁਨੀਤ ਹੋ ਗਿਆ ਨਾ ਉਹਨੂੰ ਕੋਈ ਡਰ ਨਹੀਂ, ਕਿਉਂਕਿ ਹੁਣ ਉਹ ਮੈਲਾ ਨਹੀਂ ਹੋ ਸਕਦਾ। ਪਵਿੱਤਰ 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 ਪੁਨੀਤ ਹੋਣਾ ਹੈ। ਸੁਰਤ ਮਤ ਮਨ ਕਰਕੇ ਅਸੀਂ ਪਵਿੱਤਰ ਹੋਣਾ ਹੈ। ਮਨ ਪਹਿਲਾਂ ਤੇ ਮਨ ਹੀ ਬੜਾ ਮੈਲਾ ਹੋਇਆ ਪਿਆ। ਹੁਣ ਮਨ ਵਿੱਚ ਮੈਲ ਕਿੱਥੋਂ ਆ ਗਈ? ਮਤ ਕਰਕੇ ਆ ਗਈ। ਇਹਦਾ ਮਤਲਬ ਮਨ ਦੇ ਨਾਲ ਨਾਲ ਮਤ ਵਿੱਚੋਂ ਵੀ ਮੈਲ ਕੱਢਣੀ ਪੈਣੀ ਹੈ। ਮਨ ਰੇ ਕੌਣ ਕੋ ਮਤ ਤੈਂ ਲਈ ਨਹੀਂ, ਇਹਦਾ ਮਤਲਬ ਮਤ ਵੀ ਕੋ ਮਤ ਹੋਈ ਪਈ ਹੈ, ਉਹਦੇ ਵਿੱਚੋਂ ਵੀ ਮੈਲ ਭਰੀ ਹੈ। ਮਤ ਪਾਪਾਂ ਗਏ ਸੰਗ ਉਹ ਧੋਪੈ ਨਾਵੇਂ ਕੇ ਰੰਗ। ਸਾਨੂੰ ਸੁਰਤ ਕਰਕੇ ਮਤ ਕਰਕੇ ਮਨ ਕਰਕੇ ਇਹ ਪਵਿੱਤਰ ਹੋਣਾ ਪੈਣਾ, ਤਾਂ ਜਾ ਕੇ ਪੁਨੀਤ ਹੋਵਾਂਗੇ। ਕਿਉਂਕਿ ਫਿਰ ਸੁਰਤ ਕਿਤੇ ਹੋਰ ਪਾਸੇ ਜਾਏਗੀ ਨਹੀਂ, ਮਤ ਕਿਸੇ ਹੋਰ ਦੀ ਮਤ ਲਏਗੀ ਨਹੀਂ, ਤੇ ਮਨ ਕਿਸੇ ਹੋਰ ਪਾਸੇ ਭਟਕੇਗਾ ਨਹੀਂ। ਕਿਉਂਕਿ ਹਜੇ ਤਾਂ ਡਰ ਹੈ ਨਾ, ਜੇ ਮਤ ਪਵਿੱਤਰ ਹੋ ਗਈ ਤੇ ਮਨ ਤੇ ਮੈਲਾ ਹੈ, ਉਹਨੇ ਸੁਰਤ ਹੋਰ ਪਾਸੇ ਲੈ ਜਾਣੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਇੱਥੇ ਐਸੀ ਪਵਿੱਤਰਤਾ ਇਹਨਾਂ ਦੇ ਅੰਦਰ ਬਣਾ ਕੇ ਪੁਨੀਤ ਤੱਕ ਦਾ ਸਫ਼ਰ ਇਹਨਾਂ ਦਾ ਕਰਵਾਇਆ, ਜਿਹਦੇ ਨਾਲ ਸਾਰੇ ਲੋਕ ਜਿਹੜੇ ਨੇ ਉਹ ਉਸ ਮਾਲਕ ਕਰਤੇ ਦੀ ਉਸਤਤ ਕਰ ਰਹੇ ਹਨ। ਸੁਭ ਚੱਲੀ ਰੀਤ ਪੁਨੀਤ ਸਿੱਖੀ ਸਤਿਗੁਰੂ ਕੁਰਬਾਨ। ਹੁਣ ਦੇਖੋ ਪਹਿਲਾਂ ਕੀ ਆਖਿਆ ਕਵੀ ਜੀ ਨੇ? ਪਹਿਲਾਂ ਉਹਨਾਂ ਨੇ ਆਖਿਆ ਦੇਸ਼ ਪਵਿੱਤਰ ਸਗਲੇ ਲੋਕ। ਹੁਣ ਅਗਲੀ ਪੰਕਤੀ ਵਿੱਚ ਕੀ ਕਹਿ ਰਿਹਾ? ਕਹਿੰਦੇ ਸ਼ੁਭ ਚਲੀ ਰੀਤ ਪੁਨੀਤ ਸਿੱਖੀਗੀ। ਐਸੀ ਰੀਤ ਸਿੱਖੀ ਦੀ ਮਹਾਰਾਜ ਨੇ ਚਲਾ ਦਿੱਤੀ ਕਿ ਲੋਕ ਪੁਨੀਤ ਹੋਣ ਲੱਗ ਪਏ, ਤੇ ਜਿਹੜੇ ਪੁਨੀਤ ਹੋਏ ਉਹਨਾਂ ਆਖਿਆ ਸਤਿਗੁਰੂ ਕੁਰਬਾਨ। ਹੁਣ ਇੱਥੇ ਗੱਲ ਸਮਝ ਕੇ ਚੱਲਿਓ, ਜਿਹੜਾ ਪੁਨੀਤ ਹੋ ਗਿਆ ਨਾ ਉਹੀ ਕਹੇਗਾ ਮੈਂ ਸਤਿਗੁਰੂ ਤੋਂ ਕੁਰਬਾਨ ਜਾਵਾਂ। ਜਿਹੜਾ ਪੁਨੀਤ ਹੋ ਗਿਆ ਉਹੀ ਕਹੇਗਾ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਜਿਹੜਾ ਪੁਨੀਤ ਹੋ ਗਿਆ ਉਹੀ ਕਹੇਗਾ ਕਿ ਐਸਾ ਗੁਰ ਵੱਡ ਭਾਗੀ ਪਾਇਆ, ਮੈਂ ਐਸਾ ਗੁਰੂ ਭਾਗਾਂ ਨਾਲ ਪਾ ਲਿਆ ਹੈ, ਕਿਉਂਕਿ ਉਹਨੇ ਮੈਨੂੰ ਪਵਿੱਤਰ ਕਰਦੇ ਕਰਦੇ ਪੁਨੀਤ ਕਰ ਦਿੱਤਾ ਹੈ। ਨਰ ਕਰੇ ਕੀਰਤ ਪ੍ਰੀਤ ਜੁਤ ਗੁਰ ਤਰੀ ਸਰਦਾ ਨਾਮ। ਕਹਿੰਦੇ ਸਾਰੇ ਹੀ ਲੋਕ ਪਰਮੇਸ਼ਵਰ ਦੇ ਨਾਮ ਨਾਲ ਪ੍ਰੀਤ ਪਾ ਕੇ ਹਿਰਦੇ ਵਿੱਚ ਭਾਵਨਾ ਬਣਾ ਕੇ ਸਿਮਰ ਰਹੇ ਹਨ। ਬਰ ਪਰਮ ਦਾ ਅਪਵਰਗ ਸੁਮਰਨ ਧਰਮ ਅਤਿਕ ਸੋਨ। ਕਹਿੰਦੇ ਨੇ ਐਸੀ ਬਖਸ਼ਿਸ਼ ਮਿਲ ਗਈ, ਵਰਦਾਰਥ ਬਖਸ਼ਿਸ਼ਾਂ ਮਿਲ ਗਈਆਂ। ਹੁਣ ਜਿਹੜੇ ਇਹ ਲੋਕ ਪਰਮੇਸ਼ਵਰ ਨੂੰ ਕਦੇ ਉਹਦੇ ਨਾਮ ਨੂੰ ਵੀ ਨਹੀਂ ਸੀ ਜਿਨ੍ਹਾਂ ਨੇ ਸੁਣਿਆ, ਹੁਣ ਉਹ ਦਿਨ ਰਾਤ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਗਏ ਹਨ। ਜਿਸ ਨਾਮ ਤੇ ਸੁਖ ਧਾਮ ਪ੍ਰਾਪਤ ਤਰੇ ਪਤਿਤ ਅਨੇਕ। ਕਹਿੰਦੇ ਨੇ ਜਿਸ ਨਾਮ ਤੋਂ ਸੁੱਖ ਮਿਲਣਾ ਹੈ, ਜਿਸ ਨਾਮ ਤੋਂ ਪਤਿਤ ਤੋਂ ਪੁਨੀਤ ਹੋਇਆ ਜਾਣਾ ਹੈ। ਜੇ ਸਾਨੂੰ ਕਰਤੇ ਦੀ ਸਮਝ ਆਏਗੀ ਤਾਂ ਹੀ ਅਸੀਂ ਕਵਾਂਗੇ ਮਾਧੋ ਹਮ ਐਸੇ ਤੂੰ ਐਸਾ। ਜੇ ਉਹਦੀ ਸਮਝ ਆਏਗੀ ਤਾਂ ਹੀ ਕਵਾਂਗੇ ਨਾ ਤੂੰ ਐਸਾ, ਤੇ ਜੇ ਸਾਨੂੰ ਉਹਦੀ ਸਮਝ ਨਹੀਂ ਫਿਰ ਤੂੰ ਐਸਾ ਕਿਹਨੂੰ ਕਵਾਂਗੇ ਆਪਾਂ? ਇਹ ਤਾਂ ਕਰਤੇ ਨੂੰ ਕਹਿਣਾ, ਕਾਦਰ ਨੂੰ ਕਹਿਣਾ, ਕਰਤਾਰ ਨੂੰ ਕਹਿਣਾ, ਨਿਰੰਕਾਰ ਵਾਹਿਗੁਰੂ ਜੀ ਨੂੰ ਕਹਿਣਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ ਨੀ ਕੋ ਠਾਕੁਰ ਦੇਸਾ। ਇੱਥੇ ਕਹਿੰਦੇ ਨੇ ਸਾਹਿਬ ਜੀ ਨੇ ਐਸੀ ਕਿਰਪਾ ਕਰ ਦਿੱਤੀ ਕਿ ਪਨੀ ਪਤਤ ਤੋਂ ਪੁਨੀਤ ਕਰ ਦਿੱਤਾ, ਔਰ ਇਹਨਾਂ ਨੂੰ ਸੁਖ ਧਾਮ ਪ੍ਰਾਪਤ, ਸੁਖ ਦਾ ਉਹ ਥਾਂ ਪ੍ਰਾਪਤ ਹੋ ਗਿਆ। ਜੋ ਗਹਿਨ ਸੋਨੀ ਨਾਗ ਸਦਨਾ ਬ੍ਰਹਮ ਅੰਡਰਟੇਕ। ਜਿਹੜੇ ਇਸ ਧਰਤੀ ਤੇ ਰਹਿਣ ਵਾਲੇ ਲੋਕ ਪਰਮੇਸ਼ਵਰ ਨੂੰ ਯਾਦ ਨਹੀਂ ਸੀ ਕਰਦੇ, ਹੁਣ ਉਹੀ ਲੋਕ ਇਸ ਧਰਤੀ ਤੇ ਕਹਿ ਰਹੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਇਹ ਅਕਾਲ ਪੁਰਖ ਜੀ ਤੁਹਾਡੇ ਨਾਮ ਨੂੰ ਸਿਮਰਦੇ ਆ, ਜੇ ਦੁਬਾਰਾ ਵਿਸਾਰਾਂਗੇ ਤੇ ਇਦਾਂ ਲੱਗੇਗਾ ਜਿਵੇਂ ਮਰ ਜਾਓ, ਜਿਵੇਂ ਇਸ ਸਰੀਰ ਵਿੱਚੋਂ ਜਿੰਦ ਨਿਕਲ ਜਾਂਦੀ ਹੈ। ਐਸੀ ਅਵਸਥਾ ਬਣਾ ਦਿੱਤੀ ਹੈ। ਤਹਿ ਕੋ ਮੁਨਾਫਕ ਨਾਮ ਪੁਰਬ ਫੇਰ ਸਤਿਗੁਰ ਦੀਨ।
ਮੁਨਾਫਕ ਦੇਸ਼ ਵਿੱਚ ਆ ਕੇ ਮਹਾਰਾਜ ਨੇ ਇਹਨਾਂ ਦੀ ਸੁਰਤ ਪਲਟਾ ਦਿੱਤੀ, ਇਹਨਾਂ ਦੀ ਸੋਚ ਨੂੰ ਬਦਲ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਸੰਸਾਰ ਤੋਂ ਨਿਰੰਕਾਰ ਨਾਲ ਜੋੜ ਦਿੱਤਾ। ਪੁਨ ਦੇਸ਼ ਸਵਲਿਓ ਰਖਿਓ ਕਰ ਰੀਤ ਰੁਤਨ ਨਵੀਨ ਨਵੀਨ ਰੀਤ ਮਹਾਰਾਜ ਨੇ ਬਣਾ ਦਿੱਤੀ। ਜਿਹੜੇ ਕਹਿੰਦੇ ਸੀ ਰਾਜੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ, ਅੱਜ ਉਹੀ ਰਾਜੇ ਦੇ ਸਮੇਤ ਕਰਤੇ ਨੂੰ ਬਾਰ-ਬਾਰ ਸਿਮਰ ਰਹੇ ਨੇ, ਬਾਰ-ਬਾਰ ਕਹਿ ਰਹੇ ਨੇ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਐਸੀ ਨਵੀਨ ਰੀਤ ਮਹਾਰਾਜ ਨੇ ਬਣਾ ਦਿੱਤੀ ਹੈ। ਇਸ ਪਾਤ ਕਰ ਉਪਕਾਰ ਤਿਨ ਪਰ ਚਲਨ ਮਨ ਸਾਕੀਨ ਮਹਾਰਾਜ ਨੇ ਇਸ ਭਾਂਤ ਇੱਥੇ ਇਹਨਾਂ ਲੋਕਾਂ ਤੇ ਉਪਕਾਰ ਕਰ ਦਿੱਤਾ। ਪਬ ਸੇਤ ਕਿਰਤ ਕਰਨੀ ਤਰਨੀ ਜੈ ਕੇ ਸੁਖ ਦੀਨ ਕਹਿੰਦੇ ਨੇ ਭਵ, ਇਸ ਭਵਜਲ ਤੋਂ ਪਾਰ ਹੋਣ ਲਈ ਸੇਤ ਕਹਿੰਦੇ ਪੁੱਲ, ਸੇਤ ਕੀਰਤ ਉਸ ਮਾਲਕ ਦੀ ਉਸਤਤ ਦਾ ਪੁੱਲ ਬਣਾ ਕੇ ਧਰਤੀ ਤੇ ਦੇ ਦਿੱਤਾ ਕਿ ਜੇ ਤੁਸੀਂ ਉਹਦੀ ਉਸਤਤ ਵਿੱਚ ਜੁੜੋਗੇ ਇਹ ਇੱਕ ਪੁੱਲ ਦਾ ਕੰਮ ਕਰੇਗਾ, ਜਿਸ ਪੁੱਲ ਤੇ ਤੁਸੀਂ ਸਵਾਰ ਹੋ ਕੇ ਤੁਸੀਂ ਲੋਕ ਤੋਂ ਪਰਲੋਕ ਪਹੁੰਚ ਜਾਓਗੇ, ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚ ਜਾਓਗੇ। ਐਸਾ ਮਹਾਰਾਜ ਜੀ ਨੇ ਇਸ ਦੇਸ਼ ਵਿੱਚ ਆ ਕੇ ਕਿਰਪਾ ਰਹਿਮਤ ਵਰਤਾ ਕੇ ਪਰਉਪਕਾਰ ਕੀਤਾ ਹੈ। ਸਾਨੂੰ ਵੀ ਤੇ ਮਹਾਰਾਜ ਨੇ ਰਾਹ ਦਿੱਤਾ ਹੈ। ਉਹ ਰਾਹ ਕਿੱਥੋਂ ਹੋ ਕੇ ਜਾਣਾ ਹੈ? ਗੁਰੂ ਗ੍ਰੰਥ ਸਾਹਿਬ ਜੀ ਤੋਂ। ਜਿਹੜੇ ਪੁੱਲ ਤੇ ਆਪਾਂ ਸਵਾਰ ਹੋਣਾ ਨਾ, ਉਹ ਉੱਥੋਂ ਕਿੱਥੋਂ ਦੀ ਜਿਹੜੀ ਸ਼ੁਰੂਆਤ, ਉਹਦੀ ਸ਼ੁਰੂਆਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਤੋਂ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਇਸ ਨਾਮ ਸਿਮਰਨ ਕਰਤੇ ਦੀ ਉਸਤਤ ਦੇ ਵਿੱਚ ਜਿਹੜੇ ਜੁੜ ਕੇ ਇਸ ਪੁੱਲ ਤੇ ਚੱਲਦੇ ਆ, ਉਹ ਇੱਕੋ ਹੀ ਗੱਲ ਕਹਿੰਦੇ ਨੇ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਬਤਾਇਆ, ਭੂਲੇ ਮਾਰਗ ਜਿਨ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਆਪ ਵੀ ਬਾਣੀ ਤੇ ਬਾਣੀ ਦੇ ਧਾਰਨੀ ਬਣੀਏ। ਅੰਮ੍ਰਿਤ ਵੇਲੇ ਨਿਤਨੇਮ ਦੀ ਸੰਭਾਲ ਕਰੀਏ, ਸੇਵਾ ਸਿਮਰਨ ਸਤਸੰਗ ਕਰਦੇ ਹਾਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।